ਸ਼ਮਾਦਾਨ। ਰੇਡੀਓ ਪੰਜਾਬ ਟੁਡੇ ਸੁਣਨ ਵਾਲੇ ਤਮਾਮ ਸਰੋਤਿਆਂ ਨੂੰ ਮੇਰੇ ਵੱਲੋਂ ਯਾਨੀ ਕਿ ਸਵਰਨ ਸਿੰਘ ਦਾਨੇਵਾਲੀਆ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਖੁਸ਼ਾਮਦੀਦ। ਇਸ ਵਕਤ ਤੁਸੀਂ ਰੇਡੀਓ ਪੰਜਾਬ ਟੁਡੇ ਦੇ ਬਠਿੰਡਾ ਸਟੂਡੀਓ ਤੋਂ ਪ੍ਰੋਗਰਾਮ ਸ਼ਮਾਦਾਨ ਸੁਣ ਰਹੇ ਹੋ। ਅੱਜ ਤਰੀਕ ਹੈ ਜੀ 20 ਅਪ੍ਰੈਲ, ਸ਼ਾਮ ਦੇ 5:30 ਹੋਏ ਨੇ। ਇਹ ਪ੍ਰੋਗਰਾਮ ਸ਼ਮਾਦਾਨ ਜੋ ਪੰਜਾਬ ਦੀ ਧਰਤੀ ਤੋਂ, ਪੰਜਾਬ ਦੀ ਮਿੱਟੀ ਦੀ ਖੁਸ਼ਬੂ ਤੁਹਾਡੇ ਤੱਕ 7 ਸਮੁੰਦਰ ਪਾਰ ਲੈ ਕੇ ਆਉਂਦਾ ਹੈ। ਵਿੱਚ ਪੰਜਾਬ ਦੀਆਂ ਖਬਰਾਂ, ਪੰਜਾਬ ਨਾਲ ਸੰਬੰਧਿਤ ਚਲੰਤ ਮਸਲੇ, ਤੁਹਾਡੇ ਜੀਵਨ ਨਾਲ ਜੁੜੀਆਂ ਮੁਸੀਬਤਾਂ ਜਾਂ ਮੁਸ਼ਕਲਾਂ ਦੇ ਉੱਪਰ ਵਿਚਾਰ ਕਰਦੇ ਸਾਡੇ ਬੁੱਧੀਜੀਵੀ ਸ਼ਾਮਲ ਹੁੰਦੇ ਨੇ। ਅਤੇ ਸਭ ਤੋਂ ਇੰਪੋਰਟੈਂਟ ਚੀਜ਼ ਜੋ ਇਸ ਰੇਡੀਓ ਦੇ ਉੱਤੇ ਤੁਹਾਨੂੰ ਸੁਣਨ ਨੂੰ ਮਿਲਦੀ ਹੈ ਉਹ ਹੈ ਹਰ ਜ਼ਿਲ੍ਹੇ ਤੋਂ ਸਾਡੇ ਪੱਤਰਕਾਰ ਤੁਹਾਡੇ ਨਾਲ ਤਾਜ਼ਾ ਤਰੀਨ ਖਬਰਾਂ ਲੈ ਕੇ ਜੁੜਦੇ ਨੇ। ਪ੍ਰੋਗਰਾਮ ਦੇ ਅਖੀਰਲੇ ਹਿੱਸੇ ਦੇ ਵਿੱਚ ਜਿੱਥੋਂ ਦੀ ਖਬਰ ਉੱਥੋਂ ਦਾ ਪੱਤਰਕਾਰ। ਸੋ ਕਹਿਣ ਤੋਂ ਭਾਵ ਜਿੱਥੇ ਜਿੱਥੋਂ ਦੀ ਘਟਨਾ ਵਾਪਰਦੀ ਹੈ, ਰੇਡੀਓ ਪੰਜਾਬ ਟੁਡੇ ਕੋਲ ਇੰਨੇ ਸੋਰਸਿਸ ਅਤੇ ਸਾਧਨ ਤਾਂ ਬੇਸ਼ੱਕ ਨਹੀਂ ਹੈ, ਪਰ ਪਿਆਰ ਇੰਨਾ ਕੁ ਹੈ ਕਿ ਹਰ ਪੱਤਰਕਾਰ ਜਿੱਥੋਂ ਦਾ ਵੀ ਹੈ ਉਹ ਤੁਹਾਡੇ ਨਾਲ ਉੱਥੋਂ ਦੀ ਖਬਰ ਲੈ ਕੇ ਜੁੜਦਾ। ਸੋ ਆਗਾਜ਼ ਕਰਦੇ ਹਾਂ ਜੀ ਅੱਜ ਦੀਆਂ ਅਹਿਮ ਖਬਰਾਂ ਤੋਂ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਤੇ ਸਲੂਟ ਹੈ ਜੀ ਤੁਹਾਨੂੰ ਕਿ ਜਿੱਥੇ ਪੰਜਾਬੀ ਜ਼ਬਾਨ ਨੂੰ ਤੁਸੀਂ ਪ੍ਰਫੁੱਲਿਤ ਕਰ ਰਹੇ ਹੋ, ਉੱਥੇ ਜਿੰਨੀ ਪੁਖਤਾ ਜਾਣਕਾਰੀ ਤੁਸੀਂ ਸਾਰਿਆਂ ਤੱਕ ਪਹੁੰਚਾਉਂਦੇ ਹੋ, ਸੱਚਮੁੱਚ ਦਿਲੋਂ ਤੁਹਾਡਾ ਜੀ ਸਤਿਕਾਰ ਵੀ ਹੈ ਤੇ ਪਰਮਾਤਮਾ ਤੁਹਾਨੂੰ ਇਸੇ ਤਰ੍ਹਾਂ ਚੜ੍ਹਦੀ ਕਲਾ 'ਚ ਰੱਖੇ। ਬਹੁਤ ਧੰਨਵਾਦ। ਮੈਨੂੰ ਇਸ ਦੇ ਵਿੱਚ ਭੈਣ ਜੀ ਬਹੁਤ ਬਹੁਤ ਸ਼ੁਕਰੀਆ। ਤੁਹਾਡੇ ਸਾਰਿਆਂ ਦਾ ਸਿਰ ਤੇ ਮਿਹਰ ਭਰਿਆ ਹੱਥ ਹੈ ਜੀ, ਗੁਰੂ ਮਹਾਰਾਜ ਦੀ ਮਿਹਰ ਹੈ, ਤੁਸੀਂ ਪਿਆਰ ਦਿੰਦੇ ਹੋ। ਸੋ ਜਿੰਨਾ ਪਿਆਰ ਮਿਲਦਾ ਹੈ ਓਨਾ ਕੋਸ਼ਿਸ਼ ਕਰੀਦੀ ਹੈ ਜੀ। ਜੇ ਸੁਣਨ ਵਾਲੇ ਸਾਨੂੰ ਪਿਆਰ ਕਰਦੇ ਨੇ, ਸੁਣਨ ਵਾਲੇ ਵੱਧ ਰਹੇ ਨੇ, ਤਾਂ ਸਾਡਾ ਵੀ ਹੌਸਲਾ ਵੱਧਦਾ। ਅਤੇ ਮੈਂ ਇਹ ਵੀ ਕਿਹਾ ਕਿ ਸਾਨੂੰ ਤੁਸੀਂ ਫੀਡਬੈਕ ਵੀ ਦਿੰਦੇ ਰਿਹਾ ਕਰੋ, ਸਵਾਲਾਤ ਵੀ ਕਰਿਆ ਕਰੋ। ਸੋ ਭੈਣ ਜੀ ਇੱਕ ਬਹੁਤ ਵੱਡੀ ਸਥਿਤੀ, ਸ਼ਾਇਦ ਮੈਂ ਵੀ ਉਸ ਚੀਜ਼ ਨਾਲ ਸਾਹਮਣਾ ਕਰ ਰਿਹਾ। ਮੈਨੂੰ ਵੀ ਕਈ ਵਾਰੀ ਕਹਿ ਦਿੰਦੇ ਕਿ ਤੁਸੀਂ ਪ੍ਰੋਗਰਾਮ ਕਰਦੇ ਕਰਦੇ ਗਵਾਚ ਜਾਂਦੇ ਹੋ। ਸ਼ਾਇਦ ਮੈਂ ਵੀ ਸੋਚਦਾ ਵੀ ਇਹੋ ਜਿਹਾ ਕੀ ਗੱਲ ਹੋ ਜਾਂਦੀ ਹੈ, ਮੈਂ ਗਵਾਚ ਜਾਂਦਾ। ਜਾਂ ਤਾਂ ਇਹ ਹੋ ਜਾਂਦਾ ਕਿ ਮੇਰੇ 'ਤੇ ਕੰਮ ਦਾ ਬੋਝ ਬੜਾ ਜ਼ਿਆਦਾ ਹੈ, ਇਕੱਲਾ ਜਾਣਾ, ਬਹੁਤ ਕੁਝ ਦੇਖਣਾ ਪੈਂਦਾ ਹੈ। ਗੱਲ ਕਰਦੇ ਕਰਦੇ ਘਰ 'ਚ ਚਾਬੀ ਕੋਈ ਹੋਰ ਲਿਆਉਣੀ ਹੁੰਦੀ ਹੈ, ਚੱਕ ਕੇ ਕੋਈ ਹੋਰ ਲੈ ਆਉਣੇ ਹੈ, ਗੱਲ ਕੋਈ ਹੋਰ ਕਹੀ ਹੁੰਦੀ ਹੈ, ਹੋ ਕੁਛ ਹੋਰ ਜਾਂਦਾ ਹੈ। ਕਹਿਣ ਤੋਂ ਬਾਅਦ ਮੈਂ ਤਾਂ ਆਪਣੇ ਤੋਂ ਹੀ ਅੱਜ ਤੁਹਾਡੀ ਗੱਲ ਪੁੱਛਣਾ ਚਾਹੁੰਦਾ, ਭੁੱਲਣ ਵਾਲੀ ਸਥਿਤੀ ਕਿਉਂ ਪੈਦਾ ਹੁੰਦੀ ਹੈ? ਬੱਚੇ ਆਪਾਂ ਕਹਿੰਦੇ ਫਲਾਣੇ ਦੀ ਤਾਂ ਯਾਦਾਸ਼ਤ ਕਮਜ਼ੋਰ ਹੈ। ਇਹ ਯਾਦਾਸ਼ਤ ਤਾਂ ਨਹੀਂ, ਇਹ ਤਾਂ ਹੋਰ ਹੀ ਨਵਾਂ ਕੰਮ ਜਦ ਤੁਰ ਪਿਆ ਵੀ ਤੁਰੇ ਜਾਂਦੇ ਗੱਲ ਭੁੱਲ ਜਾਣੀ। ਜੀ ਜੀ ਬਿਲਕੁਲ। ਪੁਰਾਣੇ ਸਮੇਂ ਸਨ ਜਦੋਂ ਕਹੀਦਾ ਸੀ 17 ਹੋ ਗਿਆ, ਬੰਦਾ ਭੁੱਲ ਗਿਆ। ਪਰ ਹੁਣ ਤੇ ਵਾਕਈ ਅਸੀਂ ਇੰਨੇ ਕੁ ਥਾਈਂ ਕੰਮ ਛੋਏ ਹੁੰਦੇ ਨੇ ਕਿ ਅਸੀਂ ਵੱਡਿਆਂ ਦੀ ਤੇ ਗੱਲ ਹੀ ਛੱਡੋ, ਤੁਹਾਡੀ ਉਮਰ ਤੱਕ ਜਾਂਦਿਆਂ ਤਾਂ ਬਹੁਤ ਲੇਟ ਹੈ ਜੀ। ਅਸੀਂ ਤਾਂ ਦੇਖ ਰਹੇ ਹਾਂ ਕਿ ਜੋ ਬੱਚੇ ਸਕੂਲਾਂ ਵਿੱਚ ਜਾਂਦੇ ਨੇ, ਆਮ ਮਾਵਾਂ ਇਹ ਵੀ ਸ਼ਿਕਾਇਤ ਲੈ ਆਉਂਦੀਆਂ ਨੇ ਜੀ, ਉਹ ਘਰੋਂ ਪੜ੍ਹ ਕੇ ਪੂਰਾ ਜਾਂਦਾ, ਰਟਿਆ ਹੋਇਆ ਸੁਣਾ ਦਿੰਦਾ, ਜਾ ਕੇ ਉੱਥੇ ਕੁਛ ਲਿਖਦਾ ਹੀ ਨਹੀਂ। ਸੋ ਇਹ ਸਾਡਾ ਸਾਰੀਆਂ ਵੱਖੋ ਵੱਖਰੀਆਂ ਉਮਰਾਂ ਦੇ ਦੌਰਾਨ ਇਹ ਭੁੱਲਣ ਦੀ ਬਿਮਾਰੀ ਦਰਅਸਲ ਬੜੀ ਸਾਨੂੰ ਤਗੜੀ ਇਸ ਵੇਲੇ ਦਬੋਚੀ ਬੈਠੀ ਹੈ। ਕਿਉਂ ਹੋ ਰਹੀ ਹੈ, ਜਦ ਤੱਕ ਪਹਿਲਾਂ ਉਹ ਸਮਝ ਲਈਏ ਤਾਂ ਆਪਾਂ ਨੂੰ ਬੜਾ ਸੌਖਿਆ ਸਮਝ ਆ ਜਾਏਗਾ ਕਿ ਇਹਨੂੰ ਠੀਕ ਵੀ ਕਿਵੇਂ ਕਰ ਸਕਦੇ ਹਾਂ। ਅੱਛਾ ਜੀ। ਜਦੋਂ ਕੋਈ ਚੀਜ਼ ਜਾਂ ਕੋਈ ਕੰਮ ਅਸੀਂ ਨੋਟ ਕਰਨੇ ਨੇ ਜਾਂ ਯਾਦ ਕਰਨੇ ਹੁੰਦੇ ਨੇ, ਤਾਂ 3 ਚੀਜ਼ਾਂ ਰਾਹੀਂ ਸਾਡਾ ਦਿਮਾਗ ਉਸ ਯਾਦ ਨੂੰ ਸਮਾਉਂਦਾ ਜੇ। ਪਹਿਲੀ ਚੀਜ਼ ਹੁੰਦੀ ਜੇ ਅੱਖੀਂ ਦੇਖੀ ਗੱਲ, ਯਾਨੀ ਤੁਹਾਡੇ ਅੱਗੇ ਜਿਵੇਂ ਲਿਸਟ ਰੱਖੀ ਗਈ ਕੰਮ ਦੀ, ਤਾਂ ਤੁਸੀਂ ਅੱਖਾਂ ਰਾਹੀਂ ਦੇਖ ਲਈ। ਦੂਜਾ ਹੁੰਦਾ ਜੇ ਤੁਹਾਡੇ ਕੰਨਾਂ ਰਾਹੀਂ ਜਾਣਾ, ਯਾਨੀ ਤੁਸੀਂ ਉਹੀ ਲਿਸਟ ਜੇ ਬੋਲ ਲਈ। ਆਮ ਤੌਰ ਤੇ ਅਸੀਂ ਪੜ੍ਹੀ ਤੇ ਲੰਘ ਜਾਂਦੇ ਹਾਂ। ਮੈਂ ਤੁਹਾਨੂੰ ਤਾਂ ਦੱਸ ਰਹੀ ਹਾਂ ਕਿ ਪੁਖਤਾ ਯਾਦ, ਜਿਵੇਂ ਪੱਕੀ ਯਾਦ ਬਣਾਉਣ ਲਈ ਚੀਜ਼ ਕਿਵੇਂ ਸਾਡਾ ਦਿਮਾਗ ਟ੍ਰੇਨ ਕੀਤਾ ਹੋਇਆ, ਉਹ ਇਹ ਹੈ ਕਿ ਪਹਿਲਾਂ ਵੇਖਣਾ, ਫਿਰ ਸੁਣਨਾ। ਯਾਨੀ ਉਹੀ ਚੀਜ਼ ਤੁਹਾਨੂੰ ਜਦੋਂ ਤੁਸੀਂ ਬੋਲ ਕੇ ਲਿਸਟ ਉਹੀ ਵੇਖ ਲਓਗੇ, ਤੁਹਾਡੇ ਕੰਨਾਂ ਰਾਹੀਂ ਉਹ ਦਿਮਾਗ ਵਿੱਚ ਫਿਰ ਛਪਣੀ ਜੇ। ਤੀਸਰਾ ਹੁੰਦਾ ਜੇ ਹੱਥ ਲਾਣਾ, ਯਾਨੀ ਛੋ। ਤੁਸੀਂ ਉਹੀ ਪਰਚੀ ਕੰਮਾਂ ਦੀ ਆਪਣੇ ਹੱਥ ਵਿੱਚ ਫੜੀ, ਥੱਲੇ ਨਾ ਰਹਿਣ ਦੀ, ਹੱਥ ਵਿੱਚ ਫੜੀ। ਉਹ ਛੋ ਰਾਹੀਂ ਵੀ ਉਹ ਸੁਨੇਹਾ ਤੁਹਾਡੇ ਦਿਮਾਗ ਵਿੱਚ ਜਾਣਾ ਜੇ। ਯਾਨੀ ਇਹ 3 ਰਸਤਿਆਂ ਰਾਹੀਂ ਦਿਮਾਗ ਵਿੱਚ ਇੱਕ ਪੱਕੀ ਯਾਦ ਦਾ ਛਪਣਾ ਹੁੰਦਾ ਜੇ। ਬਹੁਤ ਇੰਪੋਰਟੈਂਟ ਗੱਲ ਇਹ ਹੈ ਕਿ ਜਦੋਂ ਤੁਸੀਂ ਉਹ ਚੀਜ਼ ਯਾਦ ਸਮੋ ਰਹੇ ਹੋ ਕਿ ਕੋਈ ਹੋਰ ਕੰਮ ਵਿੱਚ ਤਾਂ ਨਹੀਂ ਅੜ ਗਿਆ। ਯਾਨੀ ਉਹ ਸੈੱਲ, ਤੁਹਾਡੇ ਨਿਊਰੋਨ ਜਦੋਂ ਸੁਨੇਹੇ ਭੇਜਦੇ ਪਏ ਨੇ 3 ਪਾਸਿਆਂ ਰਾਹੀਂ ਕਿ ਇਹ ਛਪਣੀ ਹੈ ਯਾਦ,
ਤਾਂ ਉਸ ਦੌਰਾਨ ਕੀ ਤੁਹਾਨੂੰ ਕੋਈ ਫੋਨ ਆ ਗਿਆ ਜਾਂ ਤੁਹਾਨੂੰ ਆਵਾਜ਼ ਪੈ ਗਈ ਜਾਂ ਤੁਹਾਨੂੰ ਇੱਕਦਮ ਕੰਪਿਊਟਰ ਤੇ ਕੰਮ ਕਰਨਾ ਪਿਆ ਜਾਂ ਕੁਝ ਵੀ, ਜਦੋਂ ਤੁਹਾਡੀ ਡਿਸਟਰੈਕਸ਼ਨ ਕਿਸੇ ਵੀ ਇੱਕ ਹੋਰ ਪਾਸੇ ਹੁੰਦੀ ਜੇ ਜੀ, ਉਹਦੇ ਨਾਲ ਉਹ ਤਿੰਨੋਂ ਪਾਸੇ ਦੀਆਂ ਜਾਂਦੀਆਂ ਤਰੰਗਾਂ ਦਾ ਉਹੀ ਸੀਕੁਐਂਸ ਉਸੇ ਤਰੀਕੇ ਜਾਣਾ ਉਹ ਠੀਕ ਨਹੀਂ ਰਹਿੰਦਾ। ਉਸ 'ਚ ਟੁੱਟ ਫੁੱਟ ਜਾਂਦੀਆਂ ਨੇ ਤਰੰਗਾਂ, ਯਾਨੀ ਉਹ ਪੱਕੀ ਛਾਪ ਨਹੀਂ ਬਣਦੀ ਜੀ। ਇਹਦੇ ਨਾਲ ਜਿਹੜੀਆਂ ਹੋਰ ਚੀਜ਼ਾਂ ਕਿ ਜਿਹੜੀ ਅਸੀਂ ਕੁਝ ਹੁੰਦੀਆਂ ਨੇ ਥੋੜ੍ਹੇ ਚਿਰੀਆਂ ਯਾਦਾਂ, ਜਿਨ੍ਹਾਂ ਨੂੰ ਜੇ ਮਿਸਾਲ ਵਜੋਂ ਇਹ ਥੋੜ੍ਹੀ ਚਿਰੀ ਯਾਦ ਜੇ ਵੀ ਤੁਸੀਂ ਲਿਸਟ ਯਾਦ ਰੱਖਣੀ ਹੈ, ਬਾਜ਼ਾਰ ਤੱਕ ਜਾਣਾ ਲੈ ਕੇ ਆ ਜਾਣਾ। ਬਿਲਕੁਲ ਬਿਲਕੁਲ। ਕੁਝ ਪੱਕੀਆਂ ਯਾਦਾਂ ਹੁੰਦੀਆਂ ਨੇ ਜਿਨ੍ਹਾਂ ਵਿੱਚ ਤੁਸੀਂ ਈਵਨ ਬਚਪਨ ਦੀ ਨਿੱਕੀ ਗੱਲ ਵੀ, ਜਿੱਥੇ ਸੱਟ ਵੱਜੀ ਜਾਂ ਤੁਹਾਡਾ ਹਾਸਾ ਮਜ਼ਾਕ ਕਿਤੇ ਉਹ ਬਾਲੀਆਂ ਯਾਦ ਰਹਿ ਜਾਂਦੀਆਂ, ਹੁਣ ਵਾਲੀਆਂ ਭੁੱਲਣ ਲੱਗ। ਹਾਂਜੀ, ਇਸ ਕਰਕੇ ਉਹੀ ਦੱਸਣ ਲੱਗੀਆਂ, ਇਸ ਕਰਕੇ ਕਿ ਉਹ ਪੱਕੀ ਯਾਦ ਵਿੱਚ ਵੀਰ ਸਾਡੇ ਸਰੀਰ ਦਾ ਬਹੁਤ ਸਾਰੇ ਹਿੱਸੇ ਇੱਕਦਮ ਕੰਮ ਕਰਦੇ ਨੇ, ਜਿਨ੍ਹਾਂ ਨੇ ਸਾਨੂੰ ਝੰਜੋੜਿਆ ਹੁੰਦਾ ਵੱਖੋ ਵੱਖਰੇ ਹਿੱਸਿਆਂ ਤੇ ਵੀ, ਕਿ ਸਾਡੀ ਬੇਇੱਜ਼ਤੀ ਹੋਈ, ਅਸੀਂ ਗੁੱਸੇ ਵੀ ਹੋਏ, ਜਾਂ ਸਾਨੂੰ ਇੱਥੇ ਵਾਹ ਵਾਹੀ ਹੋਈ, ਤਾੜੀਆਂ ਵੱਜੀਆਂ ਸਾਡੇ ਲਈ, ਤਾਂ ਉਹ ਸਾਡੇ ਸਰੀਰ ਦੇ 7 ਜਾਂ 8 ਹਿੱਸੇ ਰਵਾਂ ਇੱਕੋ ਵੇਲੇ ਹੋ ਜਾਂਦੇ ਨੇ, ਜਿਹੜੇ ਇੱਕਦਮ ਪੱਕੀ ਯਾਦ ਬਣਾ ਦਿੰਦੇ ਨੇ। ਹੁਣ ਕੁਝ ਚੀਜ਼ਾਂ ਹੋਰ ਖਿਆਲ ਕਰਿਓ ਕਿ ਅੱਜ ਕੱਲ ਦੇ ਦਿਨਾਂ ਵਿੱਚ ਵੀ ਜਦੋਂ ਅਸੀਂ ਜਿਹੜੀਆਂ ਚੀਜ਼ਾਂ, ਯਾਨੀ ਇੱਕਦਮ ਵਕਤ ਦਾ ਖਿਆਲ ਨਾ ਰਹਿਣਾ, ਉਹ ਲੇਟ ਹੋ ਗਏ, ਸਾਰੀਆਂ ਚੀਜ਼ਾਂ ਨਾਲ ਕੁਝ ਵਿਟਾਮਿਨਾਂ ਦੀ ਕਮੀ, ਕੁਝ ਕਿਸਮ ਦੀ ਸੰਤੁਲਿਤ ਖੁਰਾਕ ਵਿਚਲੀ ਘਾਟ, ਕੁਝ ਕਿਸਮ ਦੀਆਂ ਦਵਾਈਆਂ, ਬੁਖਾਰ ਹੋਇਆ ਹੋਣਾ, ਥਾਇਰੋਇਡ ਹਾਰਮੋਨਾਂ ਦੇ ਵਿੱਚ ਹਲਕੀ ਗੜਬੜੀ, ਵੱਧ ਭਾਰ ਹੋਣਾ, ਸਿਰ ਦੀ ਸੱਟ ਵੱਜ ਜਾਣੀ ਕਿਤੇ, ਜਾਂ ਤੁਹਾਡਾ ਯਾਨੀ ਇਸ ਤਰੀਕੇ ਦੀਆਂ, ਅੱਛਾ ਫਿਰ ਮਨ ਉਦਾਸ ਹੋਣਾ ਜਾਂ ਚਿੰਤਾ ਹੋਣੀ ਤੁਹਾਨੂੰ, ਜਾਂ ਤੁਸੀਂ ਕਾਹਲ ਵਿੱਚ ਹੋਣਾ ਵੀ ਮੈਂ ਪਹੁੰਚਣਾ ਜਲਦੀ ਨਾਲ ਕਿਤੇ, ਤੇ ਤੁਹਾਡਾ ਮਨ ਉਧਰ ਕਿਤੇ ਦੂਸਰੇ ਕੰਮ ਵਿੱਚ ਅੜਿਆ ਹੋਵੇ, ਤਾਂ ਇਹ ਚੀਜ਼ਾਂ ਸਾਰੀਆਂ ਨੇ ਜਿਨ੍ਹਾਂ ਦੇ ਵਿੱਚ ਤੁਹਾਡੀ ਯਾਦ ਪੱਕੀ ਛਪਦੀ ਨਹੀਂ ਜੀ। ਹੁਣ ਇਹਨੂੰ ਸੌਖੇ ਤਰੀਕੇ ਕਿਵੇਂ ਅਸੀਂ ਮਤਲਬ ਇਸ ਯਾਦ ਨੂੰ ਟੈਂਪਰੇਰੀ, ਪੱਕੀ ਯਾਦ ਜਦੋਂ ਜਾਂਦੀ ਜੇ ਉਹ ਤਾਂ ਅਲਜ਼ੀਮਰ ਬਿਮਾਰੀ ਤੱਕ, ਉਹ ਤਾਂ ਬਹੁਤ ਵੱਡੀ ਚੀਜ਼ ਹੁੰਦੀ, ਉਦੋਂ ਤੱਕ ਕਹਿ ਦਿੰਦੇ ਫਿਲਮਾਂ ਵਾਲੇ ਸੀਨ ਬਣ ਜਾਂਦੇ ਆ ਨਾ ਜੀ। ਸੋ ਆਪਾਂ ਗੱਲ ਕਰਦੇ ਹਾਂ ਕਿ ਆਪਾਂ ਰੂਟੀਨ ਵਿੱਚ ਜਦੋਂ ਕੁਝ ਭੁੱਲ ਜਾਂਦੇ ਹਾਂ, ਉਸ ਤੋਂ ਪਹਿਲਾਂ ਮੈਂ ਗੱਲ ਕਰਨਾ ਚਾਹੁੰਦੀ ਇੱਕ ਬੜੀ ਇੰਪੋਰਟੈਂਟ ਖੋਜ ਆਈ ਜੇ, ਜਿਹੜੀ ਮਾਂ ਦੇ ਢਿੱਡ ਅੰਦਰ ਤੁਹਾਡੇ ਬੱਚੇ ਦਾ ਦਿਮਾਗ ਤੇਜ਼ ਕਰਦੀ ਹੈ। ਹਾਲੇ ਤੱਕ ਵੀਰ ਇਸ ਬਾਰੇ ਇੱਕ ਵੀ ਸਾਡੇ ਕੋਲ ਡਾਕੂਮੈਂਟਡ ਪ੍ਰੂਫ ਨਹੀਂ ਸੀ ਜੀ। ਉਹ ਡਾਕੂਮੈਂਟਡ ਪ੍ਰੂਫ ਤਾਂ ਹੈ ਨਹੀਂ ਸੀ, ਪਰ ਪੁਰਾਣੀਆਂ ਕਹਾਣੀਆਂ ਸੀ, ਕਹਿੰਦੇ ਸੀ ਜਿਵੇਂ ਉਹ ਅਭਿਮਨਿਊ ਨੇ ਕਹਿੰਦੇ ਚੱਕਰਵਿਊਹ ਚੋਂ ਨਿਕਲਣਾ ਵੀ ਆਪਦੀ ਮਾਂ ਦੇ ਪੇਟ ਚੋਂ ਸਿੱਖਿਆ ਸੀ। ਜੀ ਬਿਲਕੁਲ। ਯਾਨੀ ਇਹ ਹੁਣ ਤੁਸੀਂ ਜੋ ਮਾਂ ਨੂੰ ਆਪਣਾ ਦਿਮਾਗ ਬੱਚੇ ਦਾ ਤੇਜ਼ ਕਰਨ ਲਈ, ਇਹ ਬਿਲਕੁਲ ਤੁਸੀਂ ਜੋ ਕਹਿ ਰਹੇ ਹੋ ਸਹੀ ਜੇ, ਕਿ ਬੱਚੇ ਨੂੰ ਦਿਨ ਵਿੱਚ 2 ਜਾਂ 3 ਵਾਰ ਮਾਂ ਨੂੰ ਟਾਈਮ ਕੱਢ ਕੇ ਸਹਿਲਾਉਣਾ, ਬੱਚੇ ਨਾਲ ਗੱਲ ਕਰਨੀ, ਤੇ ਜਿਹੜੇ ਖਰਬੂਜੇ ਦੇ ਬੀਜ ਹੁੰਦੇ ਨਾ, ਉਹ ਬੀਜ ਰੋਜ਼ 1 ਚਮਚਾ ਖਾਣੇ। ਅੱਛਾ ਜੀ, ਜਿਹਨੂੰ ਮਗਜ ਕਹਿ ਦਿੰਦੇ ਆਪਾਂ ਪੰਜਾਬੀ, ਮਗਜ਼ ਖਾਣੇ, ਬਿਲਕੁਲ। ਪਰ ਮੇਰੀ ਗੱਲ ਸਮਝ ਲਓ ਪਲੀਜ਼, ਜੇ ਸਾਰੇ ਇਹ ਸੁਣ ਕੇ ਸੋਚਣ ਇੱਕ ਮਗਜ਼ ਦਾ ਚਮਚਾ ਖਾ ਲੈਣਾ, ਤੇ ਏਦਾਂ ਨਹੀਂ। ਬਦਾਮ ਖਾਣ ਨਾਲ ਜਿਵੇਂ ਕਹਿ ਦਿੰਦੇ ਸੀ ਨਾ ਵੀ ਦਿਮਾਗ ਤੇਜ਼ ਹੋ ਜਾਂਦਾ, ਬਿਲਕੁਲ। ਦਿਨ ਵਿੱਚ ਤੁਹਾਨੂੰ 3 ਵਾਰ ਸਮਾਂ ਕੱਢਣਾ ਪਏਗਾ, ਜਿਸ 'ਚ 15 ਤੋਂ 20 ਮਿੰਟ, ਭਾਵੇਂ ਅੱਧਾ ਘੰਟਾ, ਉਸ ਬੱਚੇ ਨਾਲ ਆਪਣੇ ਪੇਟ ਤੇ ਹੱਥ ਰੱਖ ਕੇ ਉਸਨੂੰ ਸਹਿਲਾਓ, ਜਿਵੇਂ ਉਹਨੂੰ ਗੱਲ ਕਰਦੇ ਹੋਏ, ਹਾਂ ਬੇਟਾ ਠੀਕ ਹੈ ਨਾ, ਤੇਰੇ ਨਾਲ ਹੀ ਗੱਲ ਕਰ ਰਹੀ ਹਾਂ, ਤੇਰੇ ਲਈ ਆਹ ਕੀਤਾ, ਅੱਜ ਮੰਮੀ ਨੇ ਇਹ ਬਣਾਇਆ, ਅੱਜ ਪਾਪਾ ਇਹ ਲੈ ਕੇ ਆਏ, ਅੱਜ ਤੇਰਾ ਕਮਰਾ ਤਿਆਰ ਕਰ ਰਹੇ ਹਾਂ। ਯਾਨੀ ਇਸ ਤਰੀਕੇ ਦੀਆਂ ਪਿਆਰ ਦੁਲਾਰ ਨਾਲ ਕੀਤੀਆਂ, ਓਏ ਮੇਰਾ ਗੁੱਗੂ ਇੰਜ ਕਰਕੇ, ਯਾਨੀ ਇਸ ਤਰੀਕੇ ਗੱਲਾਂ ਕੀਤੀਆਂ, ਉਹ ਬੱਚੇ ਨੂੰ ਤਰੰਗਾਂ ਪਹੁੰਚਦੀਆਂ ਨੇ, ਉਹਦੇ ਨਾਲ ਉਹਦਾ ਦਿਮਾਗ ਰਵਾ ਹੁੰਦਾ ਜੇ। ਇਹ ਸਾਬਤ ਹੋਏ ਤੱਥ ਨੇ ਕਿ ਇਸ ਤਰੀਕੇ ਜੇ ਮਾਂ ਲਗਾਤਾਰ ਕਰਦੀ ਰਹੇ ਤਾਂ ਬੱਚੇ ਦਾ ਜੋ ਸੈਰੀਬਰਮ ਏਰੀਆ ਹੈ, ਉਹਦੇ ਵਿੱਚ ਕੋਰਟੈਕਸ ਦਾ ਬਾਕੀ ਬੱਚਿਆਂ ਨਾਲੋਂ ਵਿਕਾਸ ਲਗਭਗ 0.5 ਸੈਂਟੀਮੀਟਰ ਫਾਲਤੂ ਹੋਇਆ ਲੱਭਿਆ, ਜੋ ਕਿ ਬਹੁਤ ਵੱਡੀ ਚੀਜ਼ ਹੁੰਦੀ ਜੀ। ਜੀ ਜੀ। ਸੋ ਇਹ ਚੀਜ਼ ਜਿਹੜੀ ਡਾਕੂਮੈਂਟ ਹੋ ਚੁੱਕੀ ਜੇ, ਯਾਨੀ ਸਪਸ਼ਟ ਹੈ ਕਿ ਮਾਂ ਦੇ ਢਿੱਡ ਅੰਦਰ ਵੀ ਬੱਚਾ ਪਿਆਰ ਮੰਗਦਾ ਜੇ। ਸੋ ਪਹਿਲੀ ਇੰਪੋਰਟੈਂਟ ਚੀਜ਼ ਜੋ ਵੱਡਿਆਂ ਲਈ ਵੀ ਇਹਦਾ ਮਤਲਬ ਇਹ ਹੋਏ, ਜੇ ਚੀਜ਼ ਲੰਬੇ ਸਮੇਂ ਯਾਦ ਰੱਖਣੀ ਜੇ, ਤਾਂ ਸਾਡੇ ਗੁੱਸੇ ਦਾ ਸੈਂਟਰ
ਸਾਨੂੰ ਉਹ ਅਮਿਗਡਲਾ ਹਿੱਸਾ ਉਹਨੂੰ ਚੁਸਤ ਨਹੀਂ ਕਰਨਾ। ਪਰ ਸਾਡਾ ਉਹ ਕਰੇਗੀ ਜੀ, ਕਰੇਗੀ। ਮੈਂ ਤਾਂ ਮੈਂ ਫੇਰ ਆਪਣੇ ਆਪ ਤੇ ਹੀ ਗੱਲ ਲੈ ਆਉਣਾ ਹੈ। ਹੁਣ ਕਈ ਵਾਰੀ ਹਾਲਾਤ ਹੀ ਇਹੋ ਜਿਹੇ ਹੋ ਜਾਂਦੇ ਵੀ ਕਿ ਗੁੱਸਾ ਜਿਹੜਾ ਹੈਗਾ ਉਹ ਰੋਕਿਆ ਵੀ ਨਹੀਂ ਰੁਕਦਾਗਾ, ਤੇ ਕਈ ਆਮ ਬੱਚੇ ਜਿਹੜੇ ਹੁੰਦੇ ਨੇ ਉਹ ਆਪਦਾ ਗੁੱਸਾ ਜਿਹੜਾ ਕੋਈ ਚੀਜ਼ ਤੋੜ ਕੇ ਕੱਢ ਲੈਂਦੇ ਨੇ। ਇਹੀ ਤਾਂ ਇੱਕ ਸਭ ਤੋਂ ਵੱਡੀ ਸਾਡੀ ਮੁਸ਼ਕਿਲ ਹੈ। ਜੇ ਗੁੱਸਾ ਹੀ ਕੰਟਰੋਲ ਹੋ ਗਿਆ ਫਿਰ ਤਾਂ ਸਾਰੇ ਮਸਲੇ ਹੀ ਹੱਲ ਹੋ ਜਾਣਗੇ ਜੀ। ਜੀ ਬਿਲਕੁਲ, ਪਰ ਉਹਦੇ ਲਈ ਸਾਡੇ ਦਿਮਾਗ ਦੇ ਵਿੱਚ ਜੋ 2 ਸੈਂਟਰ ਨੇ, ਯਾਨੀ ਉੱਤੇ ਸੈਰੀਬ੍ਰਮ ਹਿੱਸਾ ਤੇ ਵਿੱਚ ਇਹ ਅਮਿਗਡਲਾ, ਇਹ ਸਾਡਾ ਰਿਵਾਰਡ ਸਿਸਟਮ ਇੱਕ ਤਿਆਰ ਹੁੰਦਾ ਜੇ, ਜੋ ਗੁੱਸੇ ਦੇ ਨਾਲ ਸਾਡੀਆਂ ਯਾਦਾਸ਼ਤ ਵਾਲੀਆਂ ਤਰੰਗਾਂ ਘਟ ਜਾਂਦੀਆਂ ਨੇ, ਪੱਕੀ ਯਾਦ ਯਾਨੀ ਬਣਨ ਨਹੀਂ ਦਿੰਦੀਆਂ। ਦੂਸਰੀ ਚੀਜ਼, ਪਾਣੀ ਦੀ ਕਮੀ ਨਾ ਹੋਵੇ। ਹਰ ਕੋਈ ਬਿਮਾਰੀ ਹੈ ਜਾਂ ਨਹੀਂ ਹੈ, ਨਾਰਮਲ ਬੰਦੇ ਨੂੰ ਵੀ 6 ਵੱਡੇ ਗਿਲਾਸ ਸਟੀਲ ਦੇ ਹਰ ਰੋਜ਼ ਪਾਣੀ, ਗਰਮੀਆਂ ਹੋਣ ਸਰਦੀਆਂ ਹੋਣ, ਪੀਣੇ ਹੀ ਚਾਹੀਦੇ ਨੇ। ਇਸ ਤੋਂ ਵੱਧ ਹੋ ਜਾਣ ਕੋਈ ਡਰ ਨਹੀਂ, ਪਰ ਪਾਣੀ ਜੋ ਅਸੀਂ ਆਮ ਹੀ ਸੋਚਦੇ ਹਾਂ ਨਹੀਂ, ਉਹ ਸਾਡਾ ਦਿਮਾਗ ਨੂੰ ਤਰੋਤਾਜ਼ਾ ਰੱਖਦਾ, ਇਹ ਲਾਜ਼ਮੀ ਰੋਜ਼ ਲੈਣੇ ਚਾਹੀਦੇ ਨੇ। ਤੀਸਰੀ ਜ਼ਰੂਰੀ ਚੀਜ਼ ਹੁੰਦੀ ਜੇ ਲੈ ਨਾਲ ਬੋਲਣਾ, ਯਾਨੀ ਮਿਸਾਲ ਵਜੋਂ ਤੁਸੀਂ ਕੁਛ ਜਿਵੇਂ ਇੱਕ ਕੁੱਕਰ ਠੀਕ ਕਰਨਾ, ਇੱਕ ਟੂਟੀ ਠੀਕ ਕਰਾਣੀ, ਇੱਕ ਪੱਖਾ ਠੀਕ ਕਰਾਣਾ, ਉਹਨੂੰ ਤੁਸੀਂ ਲੈ ਦੇ ਵਿੱਚ ਪਹਿਲਾਂ ਕੁੱਕਰ ਫੇਰ ਟੂਟੀ, ਲਓ ਜੀ ਫੇਰ ਹੋਇਆ ਤਿਆਰ ਪੱਖਾ, ਯਾਨੀ ਤੁਸੀਂ ਜਿਵੇਂ ਮਰਜ਼ੀ, ਮੈਂ ਤੁਹਾਨੂੰ ਇੱਕ ਮਿਸਾਲ ਦੇ ਰਹੀ ਹਾਂ ਕਿ ਕੁਛ ਪੋਇਟਰੀ ਵਾਂਗ ਉਹਨੂੰ ਲੈ ਦੇ ਵਿੱਚ ਯਾਦ ਕਰਕੇ ਜੇ 4-5 ਵਾਰ ਮਨ ਵਿੱਚ ਬੋਲ ਲਓਗੇ ਤਾਂ ਉਹ ਚੀਜ਼ਾਂ ਤੁਹਾਡਾ ਦਿਮਾਗ ਛੇਤੀ ਫੜਦਾ ਜੇ। ਟਰਾਈ ਕਰਕੇ ਦੇਖਿਓ, ਇਹ ਯਾਦਾਸ਼ਤ ਬੜੀ ਛੇਤੀ ਤੁਹਾਨੂੰ ਉਹ ਲਿਸਟ ਤਿਆਰ ਰਹਿ ਜਾਂਦੀ ਜੇ। ਇੱਥੇ ਭੈਣ ਜੀ ਤੁਸੀਂ ਜਿਹੜੀ ਗੱਲ ਕਹੀ ਆ, ਉਹ ਜਿਵੇਂ ਇੱਕ ਪੁਰਾਣੀ ਕਹਾਵਤ ਹੈਗੀ, ਇੱਕ ਗੱਲ ਵਿੱਚੋਂ ਕਰਨੀ ਬਣਦੀ ਹੈ। ਕੋਈ ਵਿਚਾਰਾ ਮਰਾਸੀ ਚਲਾ ਗਿਆ ਕਿਸੇ ਬੀਬੀ ਦੇ ਘਰੇ ਕੋਈ ਗੰਢ ਲੈ ਕੇ, ਉੱਥੇ ਉਹਨੂੰ ਪਕੌੜੇ ਵਧੀਆ ਖਵਾਇਆ ਕੁਛ, ਉਹ ਕਹਿੰਦਾ ਭਾਈ ਬੀਬੀ ਇਹ ਕੀ ਹੈ? ਕਹਿੰਦੀ ਦਾਦਾ ਗੁਲਗੁਲੇ। ਉਹ ਕਹਿੰਦਾ ਮੈਂ ਤੁਰਿਆ ਰਾਹ ਚ ਆਉਂਦਾ ਗਿਆ, ਗੁਲਗੁਲੇ ਗੁਲਗੁਲੇ ਗੁਲਗੁਲੇ, ਵੀ ਘਰੇ ਜਾ ਕੇ ਦਾਦੀ ਨੂੰ ਕਹਾਂਗੇ ਵੀ ਖਵਾਊਗੀ। ਉਹ ਰਾਹ ਜਾ ਕੇ ਕਿਤੇ ਖਾਲਾ ਜਦੋਂ ਟੱਪਣ ਲੱਗਿਆ, ਉਹ ਕਹਿੰਦਾ ਹੌਪੜੇ, ਹਾਂਜੀ ਉਹ ਹੌਪੜੇ ਕਰਨ ਲੱਗ ਪਿਆ। ਤੇ ਘਰੇ ਆ ਕੇ ਕਹਿੰਦਾ ਵੀ ਦਾਦੀ ਹੌਪੜੇ ਬਣਾ। ਉਹ ਕਹਿੰਦੀ ਵੀ ਦਾਦਾ ਮੈਨੂੰ ਤਾਂ ਹੌਪੜੇ ਪਤਾ ਨਹੀਂ। ਉਹ ਕਹਿੰਦਾ ਮੈਨੂੰ ਕੀ ਪਤਾ, ਮੈਂ ਕੁੜੀ ਕੋਲੋਂ ਖਾ ਕੇ ਆਇਆ। ਉਹ ਲੜ ਪਏ ਭਾਈ ਜੀ। ਉਹ ਜਦੋਂ ਕੂਣੇ ਕੁੱਟਿਆ ਕੱਟਿਆ ਤੇ ਵਿਚਾਰੀ ਦੀਆਂ ਗੱਲਾਂ ਸੁੱਜ ਗਈਆਂ। ਕਹਿੰਦੀ ਵੇ ਦਾਦਿਆ ਤੂੰ ਤਾਂ ਇੰਨਾ, ਤੇਰੇ ਹੌਪੜੇ ਮੇਰੇ ਤੋਂ ਲੋਟਣਾ ਹੈ, ਤੇ ਤਾਂ ਕੁੱਟ ਮੇਰੀਆਂ ਗੱਲਾਂ ਗੁਲਗੁਲਿਆਂ ਵਰਗੀਆਂ ਕਰਤੀਆਂ। ਕਹਿੰਦਾ ਆਹੀ ਖਾਣਾ ਸੀ, ਕਹਿੰਦਾ ਗੁਲਗੁਲਾ। ਨਹੀਂ ਵੀਰਾ, ਮੈਂ ਸਾਰੇ ਰਸਤੇ ਰਟਣ ਨੂੰ ਨਹੀਂ ਕਿਹਾ, ਮੈਂ ਤੁਰਨ ਲੱਗਿਆ ਹੀ ਕਿਹਾ ਲਿਸਟ ਰਟੋ, ਤੁਹਾਨੂੰ ਯਾਦ ਰਹਿ ਸਕਦੀ ਜੇ। ਫਿਰ ਹੋਰ ਜੋ ਸੌਖਾ ਤਰੀਕਾ ਹੁੰਦਾ ਜੇ ਯਾਦਾਸ਼ਤ ਪੱਕੀ ਕਰਨ ਲਈ, ਕਿ ਤੁਸੀਂ ਜਦੋਂ ਵੀ ਇਹੋ ਜਿਹੀ ਲਿਸਟ ਜਾਂ ਕੰਮ ਯਾਦ ਕਰਦੇ ਹੋ, ਫੋਨ ਉਸ ਵੇਲੇ ਕਿਸੇ ਵੀ ਹਾਲ ਵਿੱਚ ਨਹੀਂ ਸੁਣਨਾ, ਜਾਂ ਕੋਈ ਵੀ ਹੋਰ ਗੱਲ ਜੇ ਧਿਆਨ ਵਿੱਚ 2 ਮਿੰਟ ਲਈ ਉਸ ਸਮੇਂ ਕੱਢ ਲਓ, ਕੱਲੀ ਲਿਸਟ ਦੇ ਵੱਲ ਉੱਚੀ ਬੋਲ ਕੇ ਵੇਖੋ ਤਾਂ ਜ਼ਰੂਰ ਇਹ ਯਾਦ ਰਹਿ ਜਾਂਦੀ ਜੇ। ਚਾਬੀਆਂ ਦੀ ਮੈਂ ਖਾਸ ਗੱਲ, ਜੋ ਕਿ ਸਾਡਾ ਇਸ ਵੇਲੇ ਜੋ 7000 ਬੰਦਿਆਂ ਤੇ ਸਾਬਤ ਕਰਕੇ ਸਹੀ ਦੇਖਿਆ, ਉਹ ਇਹ ਸੀ ਕਿ ਜਦੋਂ ਵੀ ਤੁਸੀਂ ਚਾਬੀ ਚੱਕਣੀ ਹੈ ਜਾਂ ਕਿਤੇ ਰੱਖੀ ਹੈ ਤਾਂ ਆਪਣੇ ਆਪ ਨੂੰ ਸੁਣਾਉਣ ਲਈ ਜ਼ਰੂਰ ਉੱਚੀ ਸਾਰੀ ਉੱਥੇ ਬੋਲੋ, ਆ ਭਾਈ ਨਾਨੇ ਵਾਲੀ ਆ, ਮੈਂ ਆ ਰੱਖੀ ਹੈ ਪਰ ਇੱਥੇ ਚਾਬੀ ਖਿਆਲ ਰੱਖੀ। ਯਾਨੀ ਆਪਣੇ ਆਪ ਨੂੰ ਸੁਣਾਣਾ, ਜਾਂ ਮੈਂ ਕਹਾਂ ਉਹ ਹਰਸ਼ਾ ਆ ਰੱਖੀ ਚਾਬੀ। ਬੈਟਰ ਤਾਂ ਇਹੀ ਹੈ ਕਿ ਟਿਕਾਣਾ ਹੀ ਪੱਕਾ ਬਣਾ ਲਿਆ ਜਾਵੇ, ਉਹਦੇ ਵਰਗੀ ਤਾਂ ਰੀਸ ਹੀ ਕੋਈ ਨਹੀਂ। ਮੈਂ ਦੱਸ ਰਹੀ ਹਾਂ, ਜੇ ਆਮ ਤੌਰ ਤੇ ਚਾਬੀਆਂ ਜੇ ਗੁੰਮ ਜਾਂਦੀਆਂ ਹੋਣ ਤਾਂ ਇਹ ਅਜ਼ਮਾਈ ਚੀਜ਼ ਹੈ 7000 ਬੰਦਿਆਂ ਤੇ ਟੈਸਟ ਕਰਕੇ, ਕਿ ਜਦੋਂ ਬੋਲ ਕੇ ਆਪਣੇ ਆਪ ਨੂੰ ਸੁਣਾਇਆ ਜਾਏ। ਇਹ ਤਾਂ ਵਾਕਿਆ ਤੁਹਾਡੇ ਅਲਗੇ ਸਹੀ ਹੈ ਕਿ ਪੁਰਾਣੇ ਜਿਹੜੇ ਬੰਦੇ ਸੀ ਉਹ ਕਹਿੰਦੇ ਜੇਕਰ ਕੋਈ ਪੜ੍ਹਨਾ ਵੀ ਹੈ ਤਾਂ ਬੋਲ ਕੇ ਪੜ੍ਹੋ। ਜੀ ਬਿਲਕੁਲ, ਮੈਂ ਉਸੇ ਗੱਲ ਤੇ ਹੁਣ ਆਉਣਾ ਚਾਹ ਰਹੀ ਸਾਂ ਕਿ ਇਸ ਵੇਲੇ 20000 ਬੱਚਿਆਂ ਤੇ ਟੈਸਟ ਕਰਕੇ ਵੇਖਿਆ ਗਿਆ, ਜਿਹੜੇ ਚੁੱਪ ਚੁਪੀਤੇ ਸਿਰਫ ਲਿਖਤ ਦੇ ਰਾਹੀਂ ਹੀ ਯਾਦ ਕਰਦੇ ਸਨ, ਉਹਨਾਂ ਦੀ ਇੰਟੈਲੀਜੈਂਸ ਓਨੀ ਤਗੜੀ ਨਹੀਂ ਲੱਭੀ। ਜਿਹੜੇ ਉੱਚੀ ਬੋਲ ਕੇ ਤੇ ਫਿਰ ਉਹ ਨਾਲ ਬੋਲਦੇ ਬੋਲਦੇ ਲਿਖਦੇ ਸਨ, ਉਹਨਾਂ ਦੀ ਰਿਟੈਂਸ਼ਨ ਪਾਵਰ ਦੂਜੇ ਬੱਚਿਆਂ ਨਾਲੋਂ 26 ਤੋਂ 28% ਵੱਧ ਲੱਭੀ। ਸੋ ਅਜ਼ਮਾਏ ਨੁਕਤੇ ਨੇ ਕਿ ਜਦੋਂ ਵੀ ਕੋਈ ਚੀਜ਼ ਯਾਦ ਤੁਸੀਂ ਕਰਨੀ ਹੈ, ਲਿਖਦਿਆਂ ਹੋਇਆਂ ਬੋਲ ਵੀ ਲਓ ਤਾਂ ਉਹ ਚੀਜ਼ ਜ਼ਿਆਦਾ ਦੇਰ ਟਿਕੀ ਰਹਿੰਦੀ ਜੇ। ਪਰ ਮਗਜ਼ ਮੈਂ ਫਿਰ ਦੱਸ ਦਿਆਂ ਕਿ ਤੁਸੀਂ ਬੱਚਿਆਂ 'ਚ ਤਾਂ ਮਾਂ ਵਿੱਚ 1 ਚਮਚਾ ਰੋਜ਼ ਦਾ ਬਥੇਰਾ ਜੇ, ਪਰ ਜੇ ਵੱਡੇ 2 ਵੇਲੇ ਸਵੇਰੇ ਤੇ ਸ਼ਾਮ ਇਹ ਰੈਗੂਲਰ ਤੌਰ ਤੇ ਖਾਣੇ ਕਿਵੇਂ ਹੈ ਜੀ?
ਕੱਚੇ ਹੀ ਖਾ ਲੈਣੇ ਜਾਂ ਭੁੰਨ ਭੰਨ ਹਾਂਜੀ ਕੇ? ਬਿਲਕੁਲ ਨਹੀਂ ਜੀ, ਇੰਝ ਹੀ ਕੱਚੇ ਤੁਸੀਂ ਚਮਚੇ ਦੇ ਵਿੱਚ ਭਰੋ ਤੇ ਚਬਾ ਕੇ ਖਾ ਜਾਓ, ਤੇ ਇਹਦਾ ਅਸਰ ਤੁਹਾਨੂੰ 6 ਮਹੀਨੇ ਲੱਗਦੇ ਜੇ ਆਉਂਦੇ ਆ, ਪਰ 6 ਮਹੀਨੇ ਦੇ ਵਿੱਚ ਤੁਹਾਨੂੰ ਜ਼ਰੂਰ ਇਹ ਤਬਦੀਲੀ ਦਿਸਣ ਲੱਗ ਜਾਏਗੀ। ਨਹੀਂ ਬਿਲਕੁਲ, ਤੁਹਾਡੀ ਇਹ ਗੱਲ ਤਾਂ ਮੈਂ, ਤੁਸੀਂ ਮੋਬਾਈਲ ਦੀ ਗੱਲ ਕੀਤੀ, ਹੋਰ ਕੀਤੀ ਭੈਣ ਜੀ, ਵਾਕਿਆ ਇਹ ਗੱਲ ਸਹੀ ਹੈ ਕਿ ਬੰਦਾ ਜਦੋਂ ਲੰਮੀ ਗੱਲ ਮੋਬਾਈਲ ਤੇ ਕਰਦਾ, ਪਹਿਲਾਂ ਤਾਂ ਨਹੀਂ ਸਮਝ ਆਉਂਦਾ ਸੀ, ਉਹਦੀਆਂ ਵੇਵਸ ਜਿਹੜੀਆਂ ਨੇ ਤੁਹਾਡੇ ਦਿਮਾਗ ਨੂੰ ਥਕਾਉਂਦੀਆਂ ਨੇ, ਤੁਸੀਂ ਗੁੰਮਸੁੰਮ ਹੋ ਜਾਂਦੇ ਹੋ। ਤਾਂ ਹੀ ਇਹ ਕਿਹਾ ਜਾਂਦਾ ਕਿ ਡਰਾਈਵਿੰਗ ਕਰਦੇ ਸਮੇਂ ਤੁਸੀਂ ਮੋਬਾਈਲ ਨਾ ਵਰਤੋ, ਕਿਉਂਕਿ ਕਈ ਵਾਰੀ ਮੈਂ ਦੇਖਿਆ ਪਿੱਛੋਂ ਹਾਰਨ ਵੀ ਮਾਰੀ, ਉਹ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਹਨੂੰ ਇਹ ਵੀ ਭੁੱਲ ਜਾਂਦਾ ਕਿ ਮੈਂ ਮੋਬਾਈਲ ਤੇ ਗੱਲ ਕਰ ਰਿਹਾ। ਫਿਰ ਉਸ ਦੇ ਨਾਲ ਉਹ ਅਟੈਂਸ਼ਨ ਸਪੈਨ ਦਰਅਸਲ ਖਤਮ ਕਰ ਦਿੰਦਾ ਜੇ। ਤੇ ਜਿੱਥੇ ਹੌਲੀ ਹੌਲੀ, ਮੈਂ ਤੈਨੂੰ ਇਹ ਦੱਸ ਦਿਆਂ, ਜੋ ਮੋਬਾਈਲ ਦੀਆਂ ਨਵੀਆਂ ਰਿਸਰਚ ਇਸ ਵੇਲੇ ਸਾਡੇ ਕੋਲ ਸਾਹਮਣੇ ਆ ਚੁੱਕੀਆਂ ਨੇ ਕਿ ਹੌਲੀ ਹੌਲੀ ਤੁਸੀਂ ਕੰਨ ਦੇ ਨੇੜੇ ਦੇ ਜਿੰਨੇ ਸੈੱਲ ਨੇ ਨਿਊਰੋਨਸ, ਉਹ ਸੁੰਗੜਦੇ ਵੀ ਵੇਖੇ ਗਏ ਨੇ। ਸੋ ਇਹ ਅੱਗੋਂ ਆਏ ਤੇ ਸਾਨੂੰ ਅਜੇ ਤਾਂ ਸਮਾਂ ਥੋੜਾ ਹੋਇਆ, ਕਾਫੀ ਇਹਦੇ ਤੇ ਖੋਜ ਚੱਲ ਰਹੀ ਹੈ, ਬਿਮਾਰੀਆਂ ਹੌਲੀ ਹੌਲੀ ਸਾਡੇ ਸਾਹਮਣੇ ਆਉਣਗੀਆਂ। ਪਰ ਕੋਸ਼ਿਸ਼ ਜੋ ਹੁਣ ਤੱਕ ਵੀ ਵਾਰਨਿੰਗਸ ਜਿੰਨੀਆਂ ਵੀ ਹੋਈਆਂ ਨੇ ਕਿ ਤੁਸੀਂ ਨਾ ਕੰਨ ਦੇ ਨਾਲ ਲਾਓ, ਲਾਊਡ ਤੇ ਕਰਕੇ ਗੱਲ ਕਰੋ, ਤਾਂ ਹਮੇਸ਼ਾ ਇਹਦੇ ਮਾੜੇ ਅਸਰਾਂ ਤੋਂ ਬਚੇ ਰਹਿ ਸਕਦੇ ਹੋ। ਜੀ ਜੀ। ਤੇ ਦੂਸਰਾ ਗੱਲ ਇਹ ਵੀ ਕਹਿ ਦਿੰਦੇ ਕਿ ਜਿਹੜਾ ਸ਼ਰਾਬ ਹੈਗੀ ਆ, ਸ਼ਰਾਬ ਵੀ ਕਿਤੇ ਨਾ ਕਿਤੇ ਤੁਹਾਡੀ ਯਾਦਾਸ਼ਤ ਨੂੰ ਕਮਜ਼ੋਰ ਕਰਦੀ ਹੈ। ਜੀ ਬਿਲਕੁਲ, ਨਸ਼ੇ ਤੇ ਸ਼ਰਾਬ ਇਹ ਦੋਵੇਂ, ਤੇ ਨੀਂਦਰਾ, ਜੇ ਨੀਂਦਰ ਨਾ ਪੂਰੀ ਆਵੇ ਜੀ, ਤੇ ਇਹ ਚੀਜ਼ਾਂ ਤੁਹਾਡੇ ਕਾਫੀ ਅਸਰ ਕਰਦੀਆਂ ਨੇ। ਈਵਨ ਥਾਇਰੋਇਡ ਦੇ ਸ਼ੁਰੂਆਤੀ ਦੌਰ ਦੇ ਵਿੱਚ, ਜਦੋਂ ਅਜੇ ਟੈਸਟ ਵੀ ਨਾ ਪੋਜ਼ਿਟਿਵ ਤੁਹਾਡੇ ਆਏ ਹੁਣ, ਤੁਹਾਨੂੰ ਪਤਾ ਹੀ ਨਾ ਲੱਗੇ, ਤਾਂ ਸਰੀਰ ਭਾਰਾ ਹੋਣਾ, ਜਿਸ ਥਾਇਰੋਇਡ ਦੀ ਹਾਰਮੋਨ ਦੀ ਇੰਬੈਲੈਂਸ ਹੋਣੀ ਸ਼ੁਰੂ ਹੋ ਜਾਂਦੀ ਹੈ ਮੋਟਾਪੇ ਕਾਰਨ। ਖਿਆਲ ਕਰਿਓ, ਇਹ ਹਾਰਮੋਨ ਤੁਹਾਡੀ ਯਾਦਾਸ਼ਤ ਘਟਾ ਦਿੰਦੇ ਨੇ, ਜਿਸ ਦਾ ਅੰਦਾਜ਼ਾ ਹੀ ਨਹੀਂ ਸ਼ੁਰੂ ਵਿੱਚ ਹੁੰਦਾ, ਤੇ ਕਾਫੀ ਲੇਟ ਫਿਰ ਵਧੀ ਹੋਈ ਬਿਮਾਰੀ ਤੇ ਪਤਾ ਲੱਗਦਾ ਜੇ। ਪਰ ਜਦੋਂ ਵੀ ਤੁਹਾਨੂੰ ਮੋਟਾਪੇ ਦੇ ਨਾਲ ਇਹ ਚੀਜ਼ ਦਿਖ ਰਹੀ ਹੋਏ, ਜ਼ਰੂਰ ਥਾਇਰੋਇਡ ਹਾਰਮੋਨ ਦਾ ਇੱਕ ਵਾਰ ਟੈਸਟ ਜ਼ਰੂਰ ਕਰਾਉਣਾ ਚਾਹੀਦਾ। ਕਈ ਵਾਰ ਸਬ ਕਲੀਨਿਕਲ ਹੁੰਦਾ ਜੇ, ਕਲੀਨਿਕਲ ਵੀ ਨਹੀਂ ਹੁੰਦਾ, ਤਾਂ ਵੀ ਇਹ ਲੱਛਣ ਤੁਹਾਡਾ ਸਭ ਤੋਂ ਪਹਿਲਾਂ ਆ ਜਾਂਦਾ ਜੇ। ਜੀ ਅੱਛਾ, ਦੂਸਰੀ ਗੱਲ ਮੈਂ ਕਹਿੰਦਾ ਸੀ, ਜਿਵੇਂ ਤੁਸੀਂ ਬੰਦਿਆਂ ਦੀ ਤਾਂ ਆਪਾਂ ਕਹਿ ਦਿੰਦੇ ਕਿ ਦਾਰੂ ਦੂਰੂ ਤੇ ਨਸ਼ਾ ਪੱਤਾ ਜ਼ਿਆਦਾ ਕਰਦੇ ਨੇ, ਤੇ ਜਿਹੜੀਆਂ ਲੜਕੀਆਂ ਹੁੰਦੀਆਂ ਨੇ ਜਾਂ ਹੋਰ ਚੀਜ਼ ਹੈ, ਇਹ ਵੀ ਜਿਹੜਾ ਉਹ ਤਾਂ ਜ਼ਿਆਦਾ ਨਹੀਂ ਕਰਦੀਆਂ ਆਪਣੇ ਸਮਾਜ ਦੇ ਵਿੱਚ, ਗੱਲ ਕਰੀਏ, ਕਿਉਂਕਿ ਉਹਨਾਂ ਕਾਊਂਟ ਨਹੀਂ ਹੈਗਾ, 0.0% ਦੇ ਉੱਤੇ ਵੀ ਗੱਲ ਕਰ ਸਕਦੇ ਜੇ ਆਪਣੀਆਂ ਬੀਬੀਆਂ ਕੋਈ ਦਾਰੂ ਪੀਂਦੀਆਂ ਨੇ ਤਾਂ ਹਾਈ ਪ੍ਰੋਫਾਈਲ ਜਾਂ ਇਹੋ ਜਿਹੀਆਂ ਹੈਗੀਆਂ, ਸ਼ਰੇਆਮ ਵਾਲੀ ਗੱਲ ਨਹੀਂ ਹੈ। ਪਰ ਉਹਨਾਂ ਦੀਆਂ ਸਥਿਤੀਆਂ ਜਿਹੜੀਆਂ ਹੈਗੀਆਂ ਉਹ ਕਿੰਨੀਆਂ ਜਿਹੜੀਆਂ ਪੈਂਦੀਆਂ ਨੇ। ਆਪਾਂ ਇੱਕ ਫੋਨ ਕਾਲ ਵੀ ਇਹਦਾ ਬਿਟਵੀਨ ਲੈ ਲਈਏ ਜੀ। ਪ੍ਰੀਤੀ ਰਾਜ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ। ਸਤਿ ਸ਼੍ਰੀ ਅਕਾਲ ਜੀ ਸਾਹਿਬ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਜੀ ਪਟਿਆਲੇ ਦੇ ਵਿੱਚ ਇੱਕਦਮ ਬਹੁਤ ਕੇਸ ਵੱਧ ਗਏ COVID-19 ਦੇ, ਇਹਦੇ ਬਾਰੇ ਥੋੜਾ ਚਾਨਣਾ ਪਾਓ ਜੀ, ਔਰ ਕੀ ਪ੍ਰੀਕਾਸ਼ਨਸ ਲੈਣੀਆਂ ਚਾਹੀਦੀਆਂ ਸਾਡੇ। ਮੈਂ ਲੁਧਿਆਣੇ ਤੋਂ ਬੋਲ ਰਿਹਾ ਜੀ, ਧੰਨਵਾਦ। ਬਿਲਕੁਲ ਜੀ, ਆਪਾਂ ਪ੍ਰੀਤੀ ਰਾਜ ਜੀ ਇਹਦੇ ਉੱਤੇ ਗੱਲ ਥੋੜੀ ਜਿਹੀ ਰੁਕ ਕੇ ਕਰਾਂਗੇ, ਮੈਟਰ ਜਿਹੜਾ ਡੀਰੇਲ ਨਾ ਹੋ ਜੇ। ਐਂਡ ਦੇ ਵਿੱਚ ਮੈਂ ਜਾਂਦਾ ਜ਼ਰੂਰ ਸਵਾਲ ਲਊਂਗਾ ਤੁਹਾਡੇ ਲਈ, ਖਾਸ ਕਰਕੇ ਮੈਂ ਪੁੱਛ ਰਿਹਾ ਸੀ ਲੜਕੀਆਂ ਲਈ ਖਾਸ ਕਰਕੇ ਜੀ, ਜਿਹੜਾ ਹੈਗਾ ਇਹਦੇ ਬਾਰੇ। ਜੀ ਮੈਂ ਲੜਕੀਆਂ ਦੀ ਖਾਸ ਜ਼ਿਕਰ ਕਰਨਾ ਚਾਹਨੀ ਆ। ਪਹਿਲਾਂ ਤਾਂ ਭਾਜੀ ਸ਼ਾਇਦ ਤੁਹਾਡੇ ਮੀਡੀਆ ਦੀ ਨਜ਼ਰੀ ਨਾ ਇੰਨਾ ਆਉਂਦਾ ਹੋਏ, ਪਰ ਲੜਕੀਆਂ ਸਕੂਲ ਦੇ ਵਿੱਚ ਜਾਂਦੀਆਂ ਵੀ ਤੇ ਕਾਲਜ ਗੋਇੰਗ ਲੜਕੀਆਂ ਵਿੱਚ ਸ਼ਰਾਬ ਪੀਣ ਦਾ ਜੋ ਲੱਤ ਏ, ਇਹ ਕਾਫੀ ਵੱਧ ਚੁੱਕੀ ਹੋਈ ਹੈ। ਇੱਕਾ ਦੁੱਕਾ ਨਹੀਂ, ਜੋ ਈਵਨ ਸਾਡੇ ਜੋ ਨੈਸ਼ਨਲ ਰਿਪੋਰਟਸ ਵੀ ਗਿਣਦੀਆਂ ਨੇ, ਉਹ 17 ਤੋਂ 24% ਤੱਕ ਪਹੁੰਚਿਆ ਪਿਆ ਕੰਮ। ਯਾਨੀ ਬੱਚੀਆਂ ਭਾਵੇਂ ਉਹ ਇੱਕ ਵਾਰ ਪੀਤੀ ਜਾਂ 10 ਵਾਰ ਪੀਤੀ ਜਾਂ ਓਕੇਜਨਲੀ ਮਹੀਨੇ 'ਚ ਜਾਂ 2 ਮਹੀਨੇ 'ਚ ਇੱਕ ਵਾਰ, ਯਾਨੀ ਉਹ ਲੈਣ ਲੱਗ ਗਈਆਂ ਨੇ। ਪਰ ਇੰਨੇ ਕੁ ਨਾਲ ਯਾਦਾਸ਼ਤ ਤੇ ਫਰਕ ਨਹੀਂ ਪੈਂਦਾ। ਜੋ ਮੇਨ ਰੀਜ਼ਨ ਲੜਕੀਆਂ ਵਿੱਚ ਲੱਭਿਆ ਹੈ ਯਾਦਾਸ਼ਤ ਤੇ ਫਰਕ ਪੈਣ ਦਾ, ਉਹ ਇਹ ਕਿ ਉਹਨਾਂ ਦੀ ਦਰਅਸਲ ਜਦੋਂ ਗੱਲ ਕੁਛ ਯਾਦ ਰੱਖਣ ਦਾ ਸਮਾਂ ਹੁੰਦਾ, ਉਸ ਸਮੇਂ ਕਿੰਨਾ ਕੁ, ਕਿਉਂਕਿ ਲੜਕੀਆਂ ਦੀ ਆਮ ਤੌਰ ਤੇ ਜੋ ਬਣਤਰ ਹੁੰਦੀ ਜੇ, ਬਹੁਤ ਜ਼ਿਆਦਾ ਸੋਚਣ ਵੱਲ ਇਹਨਾਂ ਦੀ ਹੁੰਦੀ। ਜੇ ਨਿੱਕੀ ਜੀ ਗੱਲ ਵੀ ਕਿਸੇ ਨੇ ਕੁਝ ਕਹਿ ਦਿੱਤੀ ਤਾਂ ਲੰਮੇ ਸਮੇਂ ਤੱਕ ਉਹ ਮਨ ਵਿੱਚ ਉਸ ਦੇ ਉੱਤੇ ਝੂਰਦੀਆਂ ਰਹਿੰਦੀਆਂ ਨੇ, ਅਫਸੋਸ ਕਰਦੀਆਂ ਰਹਿੰਦੀਆਂ ਨੇ, ਮੈਨੂੰ ਫਲਾਣੇ ਨੇ ਕੀ ਕਮੈਂਟ ਕੀਤਾ, ਕਿਉਂ ਕੀਤਾ, ਉਹਦੇ ਨਾਲ ਦੋਸਤ ਹੈਗੀ ਹੈ, ਫਿਰ ਸਹੇਲੀ ਹੈ, ਮੇਰੀ ਕਿਉਂ ਨਹੀਂ ਹੈ, ਉਹ ਪਰੇ ਖੜੀਆਂ ਨੇ ਤਾਂ ਜ਼ਰੂਰ ਮੇਰੇ ਬਾਰੇ ਗੱਲ ਕਰ ਰਹੀਆਂ ਹੋਣਗੀਆਂ। ਯਾਨੀ ਇਹੋ ਜਿਹੀ ਸੋਚ ਉਹਨਾਂ ਦੀ ਯਾਦਾਸ਼ਤ ਨੂੰ ਟਿਕਣ ਨਹੀਂ ਦਿੰਦੀ, ਕਿਉਂਕਿ ਉਹਨਾਂ ਦੀ ਭਟਕਣਾ ਮਨ ਦੀ ਇਸ ਪਾਸੇ ਜ਼ਿਆਦਾ ਹੁੰਦੀ ਜੇ। ਜਿਹੜੀਆਂ ਬੱਚੀਆਂ ਇਸ ਗੱਲ ਤੋਂ ਆਪਣੇ ਆਪ ਨੂੰ
ਚਿੰਤਾ ਮੁਕਤ ਕਰ ਲੈਣ ਕਿ ਕੋਈ ਜੋ ਕਹਿੰਦਾ ਕਰੀ ਜਾਵੇ, ਮੈਂ ਆਪਣੇ ਕੰਮ ਤੇ ਮਸਰੂਫ ਆ, ਮੈਂ ਆਪਣਾ ਕੰਮ ਕਰਨਾ ਚਾਹੁੰਦੀ ਆ, ਉਹਨਾਂ ਦੀ ਕੰਸੈਂਟਰੇਸ਼ਨ ਇੰਨੀ ਕੁ ਤਗੜੀ ਹੁੰਦੀ ਜੇ ਕਿ ਉਹਨਾਂ ਦਾ ਈਵਨ ਨਿਸ਼ਾਨਾ ਜੇ ਗੋਲੀ ਵੀ ਮਾਰਨੀ ਆ ਉਹ ਵੀ ਬੜੀ ਪਰਫੈਕਟ ਹੋ ਜਾਂਦੀ ਜੇ। ਬਿਲਕੁਲ ਇਸੇ ਹੀ ਤਰ੍ਹਾਂ ਕੋਈ ਸਪੋਰਟਸ ਈਵੈਂਟ ਵੱਲ ਵੀ ਜਾਣਾ ਤਾਂ ਪੂਰੀ ਕੰਸੈਂਟਰੇਸ਼ਨ ਨਾਲੋਂ ਪੂਰਾ ਕੁਝ ਕਰ ਸਕਦੀਆਂ ਨੇ ਜਦੋਂ ਇੱਕ ਤਰਫਾ ਨਿਸ਼ਾਨਾ ਹੋਏ। ਯਾਨੀ ਜਿਵੇਂ ਮੱਛੀ ਦੀ ਅੱਖ ਦੇ ਵਿੱਚ ਹੀ ਤੀਰ ਮਾਰਨਾ, ਤਾਂ ਤੁਸੀਂ ਜਦੋਂ ਨਿਸ਼ਾਨਾ ਸਾਧ ਲਿਆ ਹੋਵੇ ਤੇ ਉਹਦੇ ਵਿੱਚ ਕੋਈ ਹੋਰ ਇੰਟਰਫੇਰੈਂਸ ਦੀ ਜ਼ਮਾਨੇ ਨੇ ਮੈਨੂੰ ਕੀ ਕਿਹਾ ਵਾਲਾ ਜਦੋਂ ਅਸੀਂ ਤਣਾਅ ਛੰਡ ਦਿੰਨੇ ਆ ਤਾਂ ਫਿਰ ਇਹ ਬੜੀ ਵੀ ਆਪਾਂ ਇਹ ਗੱਲ ਛੱਡ ਦਈਏ ਕਿ ਲੋਕ ਕੀ ਕਹਿੰਦੇ ਨੇ, ਕਹਿਣ ਤੋਂ ਬਾਅਦ ਸਿੱਧੀ ਵੀ ਤੁਸੀਂ ਆਪਣੀ ਜ਼ਿੰਦਗੀ ਜਿਓ। ਹਾਂਜੀ, ਲੋਕਾਂ ਨੇ ਤਾਂ ਕਹਿਣਾ ਹੀ ਹੈ। ਹਾਂਜੀ, ਕਿਸੇ ਨੂੰ ਮਾਂਹਵਾਦੀ, ਕਿਸੇ ਨੂੰ ਮਾਂ ਮਾਫਕ, ਕੋਈ ਨੂਨ ਮਿਰਚ ਵੱਧ ਤੇ ਕੋਈ ਨੂਨ ਮਿਰਚ ਘੱਟ। ਬਿਲਕੁਲ ਬਿਲਕੁਲ, ਜਿਸ ਨੇ ਇਹ ਸਿੱਖ ਲਿਆ ਜੀ ਲੋਕਾਂ ਨੇ ਕਹਿਣਾ ਹੀ ਆ, ਉਹ ਤਾਂ ਫਿਰ ਗੁਰੂ ਨਾਨਕ ਦੇ ਨੇੜੇ ਤੇੜੇ ਪਹੁੰਚ ਜਾਏਗਾ ਜੀ। ਉਹਨਾਂ ਨੇ ਵੀ ਇਹੀ ਕਹਿ ਦਿੱਤਾ ਸੀ ਕਿ ਮੈਨੂੰ ਜੋ ਮਰਜ਼ੀ ਕਹੀ ਜਾਓ ਤੁਸੀਂ, ਪਰ ਮੈਂ ਆਪਣੇ ਰਾਹ ਤੁਰੀ ਜਾਣਾ। ਸੋ ਜੇ ਸਾਨੂੰ ਉਹਨਾਂ ਦੀ ਇਹ ਕਹੀ ਨਹੀਂ ਸਮਝ ਆਈ ਅਜੇ ਤੱਕ ਵੀ ਲੋਕਾਂ ਦਾ ਕੰਮ ਹੁੰਦਾ ਹੀ ਕਹਿਣਾ, ਉਹਨਾਂ ਨੇ ਤੇ ਹਟਣਾ ਹੀ ਨਹੀਂ ਹੁੰਦਾ। ਸੋ ਜਦ ਤੱਕ ਅਸੀਂ ਆਪਣੇ ਮਨ ਵਿੱਚੋਂ ਇਹ ਗੱਲ ਕੱਢ ਕੇ ਸਿਰਫ ਆਪਣੇ ਯਾਨੀ ਜਿੱਥੇ ਪਹੁੰਚਣਾ ਉਸ ਨੁਕਤੇ ਤੱਕ ਸੀਮਤ ਨਹੀਂ ਰਹਿੰਦੇ, ਉਦੋਂ ਤੱਕ ਖਿਮਾ ਕਰਿਓ ਸਾਨੂੰ ਇਹ ਬਹੁਤ ਜ਼ਿਆਦਾ ਕੰਮਾਂ ਦੀ ਲਿਸਟ ਸਾਨੂੰ ਸਾਡੇ ਆਪਣੇ ਅਸਲ ਮੁੱਦੇ ਤੋਂ ਭਟਕਾ ਦਿੰਦੀ ਹੈ, ਸਾਡੀ ਯਾਦਾਸ਼ਤ ਕਮਜ਼ੋਰ ਕਰੀ ਜਾਂਦੀ। ਇਹੀ ਕਾਰਨ ਹੈ ਕਿ ਜੋ ਅੱਗੇ 17-72 ਕਹਿੰਦੇ ਸੀ ਅਸੀਂ ਅੱਜ ਉਹ 40 ਸਾਲਾਂ ਦੀ ਉਮਰ ਮੈਂ ਕਹਿੰਦਾ 25-26 ਵਾਲੇ ਵੀ ਹੁਣ ਕਹਿਣਾ ਪਿਆ ਕਰਨ ਲੱਗ ਪੈਣਗੇ ਵੀ 25-26 ਹੋ ਗਏ। ਬਿਮਾਰੀ ਦਿਸਣੀ ਸ਼ੁਰੂ ਹੋ ਚੁੱਕੀ ਹੈ ਤੇ ਜੋ ਯਾਦਾਸ਼ਤ ਭੁੱਲਣ ਦੀ ਗੱਲ ਹੈ ਉਹ ਸਾਡੀ 12ਵੀਂ ਦੇ ਬੱਚੇ ਹੀ ਕਹਿਣੇ ਸ਼ੁਰੂ ਹੋ ਚੁੱਕੇ ਨੇ। ਕਾਰਨ ਸਿਰਫ ਇਹ ਕਿ ਸਾਡਾ ਮੋਬਾਈਲ ਸਾਨੂੰ ਕੰਸੈਂਟਰੇਸ਼ਨ, ਸਾਡੀ ਜੇ ਇੰਟਰਨੈਟ, ਸਾਡੇ ਯਾਨੀ ਇਹ ਟੀਵੀ ਨੇ ਸਾਨੂੰ ਇਸ ਤਰੀਕੇ ਰੁਝਾ ਛੱਡਿਆ ਕਿ ਅਸੀਂ ਉਹ ਆਪਣੇ ਅਸਲ ਜਿਹੜਾ ਮੁੱਦੇ ਤੋਂ ਥਿੜਕੇ ਪਏ ਆ ਤੇ ਸਾਨੂੰ ਕੋਈ ਇੱਕ ਨਿਸ਼ਾਨਾ ਭੇਦਣ ਨੂੰ ਮਿਲਦਾ ਹੀ ਨਹੀਂ ਪਿਆ। ਜੇ ਕਾਲ ਲੈ ਲਈਏ ਜੀ 92-164 ਤੇ ਆਉਨੇ ਰਹੋ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ, 92-164 ਤੇ ਆਉਨੇ ਰਹੋ। ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਭੈਣ ਜੀ ਨੂੰ ਵੀ ਸਤਿ ਸ਼੍ਰੀ ਅਕਾਲ। ਇਹ ਸੀਗਾ ਜੀ ਜਿਵੇਂ ਤੁਸੀਂ ਫੋਨ ਦੀ ਗੱਲ ਕਰੀਏ, ਜਿਵੇਂ ਟਰੱਕਾਂ ਵਾਲੇ ਦਾ ਘੰਟਿਆਂ ਵਾਦੀ ਬਲੂਟੂਥ ਯੂਜ਼ ਕਰਦੇ ਆ, ਇਸ ਦਾ ਰੇਡੀਓ ਵੀ ਬਲੂਟੂਥ ਲਾ ਕੇ ਸੁਣਦੇ ਆ, ਇਹਦਾ ਮਤਲਬ ਉਹ ਵੀ ਉਨਾ ਹੀ ਖਤਰਨਾਕ ਆ। ਜੀ ਦੱਸੋ ਜੀ। ਬਲੂਟੂਥ ਬਿਲਕੁਲ ਜੀ, ਤੁਸੀਂ ਕੰਨ ਦੇ ਨਾਲ ਨਹੀਂ ਲਾ ਸਕਦੇ, ਤੁਹਾਨੂੰ ਹਮੇਸ਼ਾ ਦੂਰ ਹੀ ਰੱਖ ਕੇ ਲਾਊਡ ਤੇ ਸੁਣ ਸਕਦੇ ਹੋ। ਬਲੂਟੁੱਥ ਵੀ ਓਨਾ ਹੀ ਤੁਹਾਨੂੰ ਨਾਲ, ਕਿਉਂਕਿ ਉਹਦੇ 'ਚ ਵੀ ਤਰੰਗਾਂ ਆ ਰਹੀਆਂ ਨੇ, ਉਹੀ ਓਨਾ ਹੀ ਤੁਹਾਨੂੰ ਉਹ ਵੀ ਨੁਕਸਾਨ, ਭਾਵੇਂ ਓਨਾ ਜ਼ਿਆਦਾ ਨਹੀਂ ਪਰ ਨੁਕਸਾਨ ਉਹਦਾ ਵੀ ਸਾਨੂੰ ਦਿਸਣਾ ਸ਼ੁਰੂ ਹੋ ਚੁੱਕਿਆ, ਕਿਉਂਕਿ ਉਹ ਤਰੰਗਾਂ ਲਗਾਤਾਰ ਕੰਨ ਦੇ ਅੰਦਰ ਸਾਊਂਡ ਨਾਲ ਜਾਣ ਕਾਰਨ ਸਾਡੇ ਫਾਈਨ ਹੇਅਰਸ ਹੁੰਦੇ ਨੇ, ਬਹੁਤ ਬਰੀਕ ਵਾਲ ਕੰਨਾਂ ਦੇ ਅੰਦਰ, ਤੇ ਉਸ ਤੋਂ ਵੀ ਅੰਦਰ ਜਾ ਕੇ ਬਰੀਕ ਕੈਨਾਲਸ ਬਣੀਆਂ ਨੇ ਜਿੱਥੋਂ ਸਾਡੀ ਅੱਗੋਂ ਨਸ ਸ਼ੁਰੂ ਹੁੰਦੀ ਹੈ ਸੁਣਨ ਵਾਲੀ। ਉਹ ਡੈਮੇਜ ਪ੍ਰੂਵ ਹੋ ਚੁੱਕਿਆ ਜੇ ਕਿ ਹੌਲੀ 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 ਉਹ ਸਾਡੇ ਸੁਣਨ ਦੀ ਸਮਰੱਥਾ 25 ਤੋਂ 30% ਘਟ ਜਾਂਦੀ ਜੇ, ਜੋ ਕਿ ਟੈਸਟਿੰਗ ਦੇ ਦੌਰਾਨ ਲੱਭ ਸਕਦਾ, ਕਿਉਂਕਿ ਜਦ ਤੱਕ ਸਾਡਾ ਇੱਕ ਕੰਨ ਵੀ ਚੱਲਦਾ ਹੋਏ ਸਾਨੂੰ ਪਤਾ ਹੀ ਨਹੀਂ ਲੱਗਦਾ ਵੀ ਇੱਕ ਕੰਨ ਵਿੱਚ ਸਾਡੀ ਇਹ ਸੁਣਨ ਦੀ ਕੈਪੈਸਿਟੀ ਘਟ ਚੁੱਕੀ ਹੈ। ਸੋ ਕੋਸ਼ਿਸ਼ ਕਰੀਏ ਕਿ ਸ਼ੁਰੂਆਤੀ ਦੌਰ ਵਿੱਚ ਹੀ ਅਸੀਂ ਇਹ ਚੀਜ਼ ਬੰਦ ਕਰਕੇ ਤੇ ਲਾਊਡ ਕਰਕੇ ਸੁਣ ਲਈਏ। ਉਹ ਬਿਲਕੁਲ ਤੁਹਾਡੇ ਵਾਲੀ ਗੱਲ ਬਿਲਕੁਲ ਸਹੀ ਹੈ ਜੀ। ਬਲੂਟੁੱਥ ਵੀ ਤਾਂ ਇੱਕ ਵੇਵਜ਼ ਹੀ ਨੇ। ਆਪਾਂ ਇੱਕ ਹੋਰ ਕਾਲ ਲੈ ਲਈਏ ਜੀ, WhatsApp ਕਾਲ, ਫਿਰ ਨਾਲ ਦੀ ਨਾਲ ਕਾਲਸ ਤੁਹਾਡੀਆਂ ਇਨਵਾਈਟਡ ਨੇ ਜੀ 92-164 10-666 ਦੇ ਉੱਤੇ। ਸਤਿ ਸ਼੍ਰੀ ਅਕਾਲ ਜੀ, WhatsApp ਕਾਲ ਆਉਣੇ ਰਹੋ। ਹੈਲੋ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ, ਬਹੁਤ ਸੋਹਣਾ ਚੱਲ ਰਿਹਾ ਪ੍ਰੋਗਰਾਮ, ਥੈਂਕ ਯੂ ਭੈਣ ਜੀ ਦਾ। ਡਾਕਟਰ ਸਾਹਿਬ ਇਹ ਗੱਲ ਹੈ ਇੱਕ, ਜਿਵੇਂ ਮੰਨ ਲਓ ਕਈ ਵਾਰੀ ਨਾ ਮੈਨੂੰ ਏਦਾਂ ਮਹਿਸੂਸ ਹੁੰਦਾ ਜਿਵੇਂ ਮੰਨ ਲਓ ਬਾਈ ਹੁਣਾਂ ਦਾ ਨਾਂ ਸਵਰਨ ਸਿੰਘ ਦਾਨੇ ਵਾਲੀ ਆ, ਮੈਂ ਕਈ ਵਾਰੀ ਜਿਵੇਂ ਨਾਂ ਚੇਤੇ ਕਰਦਾ ਨਾ ਕਿਸੇ ਦਾ, ਸਪੋਜ਼ ਕਰੋ ਕਦੇ ਜਿਵੇਂ ਮੈਂ ਕਹਿੰਦਾ ਵੀ ਇਹਨਾਂ ਦਾ ਨਾਂ ਸਵਰਨ ਸਿੰਘ ਦਾਨੇ ਵਾਲੀ ਆ, ਮੈਂ ਕਨਫਿਊਜ਼ ਹੋ ਜਾਂਦਾ ਬੰਦੇ ਦਾ ਨਾਂ ਸਵਰਨ ਸਿੰਘ ਦਾਨੇ ਵਾਲੀ ਆ ਜਾਂ ਮੈਨੂੰ ਡਾਊਟ ਪੈ ਜਾਂਦਾ ਵੀ ਇੱਦਾਂ ਮਤਲਬ ਕਈ ਬੰਦਿਆਂ ਦੇ, ਦੋਸਤਾਂ ਦੇ, ਯਾਰਾਂ ਦੋਸਤਾਂ ਦੇ, ਰਿਸ਼ਤੇਦਾਰਾਂ ਦੇ ਵੀ ਕਈ ਵਾਰੀ ਵੀ ਉਹਦਾ ਨਾਂ ਸੱਚੀ ਆਹੀ ਆ। ਮੈਂ ਏਦਾਂ ਹੀ ਮਤਲਬ ਉਹਨਾਂ ਨੂੰ ਕਹਿੰਦਾ ਹੁੰਦਾ ਪੱਕਾ ਨਾਂ ਉਹਦਾ ਆਹੀ ਆ, ਕਦੇ ਏਦਾਂ ਮਹਿਸੂਸ ਹੁੰਦਾ ਜੀ। ਏਦਾਂ ਲੱਗਦਾ ਹੁੰਦਾ ਜੀ ਜ਼ਿੰਕ ਇਹਦੇ ਵਿੱਚ ਕਰ ਲਓ, ਇਹਦੇ ਵਿੱਚ ਜ਼ਿੰਕ 10 ਮਿਲੀਗ੍ਰਾਮ, 1 ਮਿੰਟ ਨੋਟ ਕਰ ਲਓ ਕਿ ਜ਼ਿੰਕ 10 ਮਿਲੀਗ੍ਰਾਮ ਹਰ ਰੋਜ਼ ਲੈਣਾ ਸ਼ੁਰੂ ਕਰ ਦਿਓ। ਤੇ ਜਦੋਂ ਵੀ ਕਦੇ ਸਮਾਂ ਮਿਲੇ ਕੋਸ਼ਿਸ਼ ਕਰੋ ਹਰ ਰੋਜ਼ ਅੱਧਾ ਘੰਟਾ ਬਿਨਾਂ ਕਿਸੇ ਆਵਾਜ਼, ਬਿਨਾਂ ਕਿਸੇ ਸਾਊਂਡ ਦੇ ਤੁਸੀਂ ਮੈਡੀਟੇਸ਼ਨ ਟਰਾਈ ਕਰੋ। ਇਹ ਬਿਲਕੁਲ ਸਾਰਾ ਕੁਝ ਠੀਕ ਹੋ ਜਾਏਗਾ। 10 ਮਿਲੀਗ੍ਰਾਮ ਜ਼ਿੰਕ ਰੋਜ਼ਾਨਾ। ਕਿਵੇਂ ਲੈਣੀ, ਕਿਵੇਂ ਜੀ ਜ਼ਿੰਕ? ਇੱਕ ਗੋਲੀ ਜੀ ਰੋਜ਼ ਦੀ ਜਾਂ ਲਿਕੁਇਡ ਵੀ ਆਂਦੀ ਜੇ, ਰੋਜ਼ ਦੀ ਇੱਕ ਤੁਸੀਂ ਇਹ ਲੈਣੀ ਸ਼ੁਰੂ ਕਰ ਦਿਓ। ਜਾਂ ਤੁਸੀਂ ਜੇ ਨਹੀਂ ਤਾਂ, ਕਿਉਂਕਿ ਇਹ ਕਾਜੂ ਤੇ ਬਦਾਮ ਵਿੱਚ ਵੀ
ਕਾਫੀ ਮਾਤਰਾ ਚ ਹੁੰਦੀ ਜੇ। ਸੋ ਪਰ ਤੁਸੀਂ ਉੱਥੇ ਤਾਂ ਬਦਾਮ ਕਾਜੂ 'ਚ ਤਾਂ ਬੰਦਾ ਡਰ ਜਾਂਦਾ, ਨਹੀਂ ਕੋਲੇਸਟ੍ਰੋਲ ਨਾ ਹੋ ਜੇ। ਇਸੇ ਲਈ ਕਿਹਾ ਵੀ ਇੱਕ ਗੋਲੀ ਆ ਲਿਕੁਇਡ ਮਿਲਦਾ ਜੇ, ਉਹ ਤੁਸੀਂ ਲੈ ਲਓ ਤੇ ਇਹਨੂੰ 1 ਮਹੀਨਾ ਵਰਤੋ ਤੇ ਨਾਲ ਤੁਸੀਂ ਅੱਧੇ ਘੰਟੇ ਦੀ ਮੈਡੀਟੇਸ਼ਨ ਨਾਲ ਸਟਾਰਟ ਕਰੋ, ਤੁਹਾਨੂੰ ਇੰਪਰੂਵਮੈਂਟ ਦਿਸਣ ਲੱਗ ਜਾਏ। ਮੈਨੂੰ ਲੱਗਦਾ ਕਈ ਬੰਦਿਆਂ ਨਾਲ ਤੇ ਇਹ ਵੀ ਹੋ ਜਾਂਦਾ ਜਿਨ੍ਹਾਂ ਦੀ ਇੰਟਰੈਕਸ਼ਨ ਬਹੁਤ ਜ਼ਿਆਦਾ ਹੁੰਦੀ ਹੈ, ਇੱਕ ਵਿਅਕਤੀ ਨੂੰ ਕਿਸੇ ਦੂਜੀ ਥਾਂ ਤੇ ਉਹ ਦੇਖ ਲੈਣ ਭੰਬਲ ਭੂਸੇ 'ਚ ਪੈ ਜਾਂਦੇ, ਬੰਦਾ ਕਿੱਥੇ ਦੇਖਿਆ ਸੀ। ਜੀ ਮੈਂ ਦੱਸ ਰਹੀ ਹਾਂ ਕਿਉਂਕਿ ਅਸੀਂ ਬਹੁਤ ਸਾਰੇ ਕੰਮ ਇੱਕੋ ਵੇਲੇ ਛੋਏ ਹੁੰਦੇ ਨੇ ਤੇ ਸਾਡਾ ਦਿਮਾਗ ਨੂੰ ਇੱਕ ਗੱਲ ਤੋਂ ਦੂਜੀ ਗੱਲ 'ਚ ਸ਼ਿਫਟ ਹੋਣ ਦਾ ਵੀ ਜਿਹੜਾ ਟਾਈਮ ਹੈ ਅਸੀਂ ਉਹ ਵੀ ਨਹੀਂ ਦਿੰਦੇ। ਕਿਸੇ ਨਾਲ ਗੱਲ ਕਰਦੇ ਵਿੱਚ ਮੋਬਾਈਲ ਵੀ ਵਿੱਚ ਉਹ ਇੱਕ ਹੋਰ ਦੋਸਤ ਲੱਗਦਾ ਦਿਸ ਗਿਆ, ਉਹ ਤੂੰ ਵੀ ਗੱਲ ਸੁਣੋ। ਯਾਨੀ ਅਸੀਂ 3 ਜਾਂ 4 ਕੰਮ ਇੱਕ ਵੇਲੇ ਕਰਨਾ ਚਾਹੁੰਦੇ ਹਾਂ, ਜੋ ਕਿ ਸਾਡੇ ਦਿਮਾਗ ਦੇ ਲਈ ਇਹ ਸਾਡਾ ਦਿਮਾਗ ਇਸ ਤਰ੍ਹਾਂ ਦਾ ਬਣਿਆ ਨਹੀਂ ਸੀ ਹੋਇਆ। ਕੋਸ਼ਿਸ਼ ਕਰੀਏ ਇੱਕ ਵੇਲੇ 2 ਕੰਮ ਬੜੀ ਖੂਬਸੂਰਤ ਤਰੀਕੇ ਨਾਲ ਸਾਡਾ ਦਿਮਾਗ ਸਾਂਭ ਸਕਦਾ ਹੈ, ਪਰ ਉਸ ਤੋਂ ਉੱਪਰਲੇ ਜਦੋਂ ਕੰਮ ਸ਼ੁਰੂ ਹੁੰਦੇ ਨੇ ਤਾਂ ਫਿਰ ਇਹ ਪ੍ਰੋਬਲਮਸ ਆਣੀਆਂ ਸ਼ੁਰੂ ਹੋ ਜਾਂਦੀਆਂ ਨੇ। ਉਹੀ ਤਰੀਕਾ ਹੋ ਗਿਆ ਜੀ, ਮੋਬਾਈਲ ਦੇ ਉੱਤੇ ਜਾਂ ਕੰਪਿਊਟਰ ਦੇ ਉੱਤੇ 4 ਐਪਸ ਇਕੱਠੀਆਂ ਖੋਲ ਲਈਆਂ ਤੇ ਫਿਰ ਉਹਨੇ ਹੈਂਗ ਤਾਂ ਹੋਣਾ ਹੀ ਹੈ ਨਾ। ਬਿਲਕੁਲ ਉਹੀ ਹੈਂਗਿੰਗ ਹੋ ਰਹੀ ਜੇ। ਟਿਪੀਕਲ ਇਹ ਦਿਸ ਰਿਹਾ ਹੈ ਕਿ ਜੇ ਇਹਨਾਂ ਨੂੰ ਕਨਫਿਊਜ਼ਨ ਹੋਣੀ ਸ਼ੁਰੂ ਹੋ ਚੁੱਕੀ ਦਾ ਮਤਲਬ ਹੈ ਕਿ ਉਹ ਦਿਮਾਗ ਹੈਂਗ ਹੋਣ ਲੱਗ ਪਿਆ, ਨਹੀਂ ਮਿਲਦਾ, ਸਮਾਂ ਨਹੀਂ ਮਿਲ ਰਿਹਾ। ਤੇ ਮੈਂ ਨਾਲੋਂ ਨਾਲ ਹੀ ਉਹ ਵੀ ਜਵਾਬ ਦੇ ਦਿਆਂ ਜੋ ਕੋਵਿਡ ਦੀ ਗੱਲ ਕਰ ਰਹੇ ਸਨ 1 ਮਿੰਟ ਦੇ ਵਿੱਚ ਹੀ, ਕਿ ਬਿਲਕੁਲ ਸਹੀ ਹੈ, ਕੋਵਿਡ ਦੇ ਮਰੀਜ਼ ਵਧਣੇ ਸ਼ੁਰੂ ਹੋਏ ਨੇ, ਪਰ ਇਹ ਨਾਰਮਲ ਜਿਹੀ ਗੱਲ ਹੈ, ਨਵੀਂ ਵਾਇਰਸ ਹੈ ਤੇ ਜਿੱਥੇ ਕਿਤੇ ਅਸੀਂ ਨਹੀਂ ਰੱਖਾਂਗੇ ਡਿਸਟੈਂਸਿੰਗ ਇੱਕ ਤੋਂ ਦੂਜੇ ਨੂੰ, ਉਸ ਥਾਂ ਤੇ ਵਧਣੀ ਹੈ। ਜਿੰਨੇ ਵੀ ਕੇਸ ਜਿੱਥੇ ਦਿਸ ਰਹੇ ਨੇ ਉਹ ਸਾਰੇ ਉਹੀ ਸੀ ਕਿ ਕਿਤਾਬਾਂ ਵਾਲੇ ਬਾਜ਼ਾਰ ਵਿੱਚ ਵੀ ਸਾਰੇ ਇਕੱਠੇ ਹੋਏ ਮਿਲੇ, ਉਹ ਅੱਗੋਂ ਗਿਆ। ਬਿਲਕੁਲ ਇੰਜੀ ਜਿੱਥੇ ਉਹਨਾਂ ਨੇ ਲੰਗਰ ਵਰਤਾਇਆ ਉੱਥੇ ਵੀ ਸਾਰੇ ਇਕੱਠੇ ਹੋਏ। ਸੋ ਡਿਸਟੈਂਸਿੰਗ ਰੱਖ ਲਵਾਂਗੇ ਤਾਂ ਨੈਚੁਰਲ ਡੈਥ ਵਾਇਰਸ ਖਤਮ ਹੋ ਜਾਏਗੀ। ਜਿਵੇਂ ਹਰ ਸਾਲ ਫਲੂ ਆਂਦਾ ਚਲਾ ਜਾਂਦਾ, ਮਾਰਸ ਸਾਰਸ ਜਿੰਨੀਆਂ ਵੀ ਬਿਮਾਰੀਆਂ ਆਈਆਂ ਅਗਲੇ ਸਾਲ ਕਿਹਨੇ ਦੇਖੀਆਂ, ਸਭ ਖਤਮ ਹੋ ਜਾਂਦੀਆਂ, ਇਹ ਵੀ ਖਤਮ ਹੋ ਜਾਏਗੀ। ਸਿਰਫ ਸਾਨੂੰ ਸੋਸ਼ਲ ਡਿਸਟੈਂਸਿੰਗ ਇਹ ਨਹੀਂ ਕਿ ਅਸੀਂ ਸਾਰਾ ਇੰਡੀਆ ਠੱਪ ਕਰਕੇ ਹਮੇਸ਼ਾ ਲਈ ਰੱਖ ਦੇਣਾ। ਕੰਮ ਸ਼ੁਰੂ ਹੋਣੇ ਨੇ, ਹਮੇਸ਼ਾ ਹੁੰਦੇ ਨੇ ਤੇ ਉਮੀਦ ਕਰਦੇ ਹਾਂ ਹੁਣ ਵੀ 3 ਤਰੀਕ ਤੋਂ ਬਾਅਦ ਖੁੱਲ ਜਾਣਾ ਚਾਹੀਦਾ ਜੀ। ਬਿਲਕੁਲ, ਆਪਾਂ ਕਾਲ ਲੈ ਲਈਏ ਜੀ 92164 ਤੇ ਆਉਣੇ ਰੋ ਜੀ। ਸਤਿ ਸ਼੍ਰੀ ਅਕਾਲ। ਧੰਨਵਾਦ ਜੀ ਸਾਹਿਬ ਤੇ ਭੈਣ ਜੀ ਨੂੰ, ਡਾਕਟਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਦਾ ਮਨੋਹਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਭੈਣ ਜੀ ਮੈਂ ਤੁਹਾਨੂੰ ਪ੍ਰੈਕਟੀਕਲੀ ਗੱਲ ਦੱਸਦਾ ਕਿ ਜਿਸ ਤਰ੍ਹਾਂ ਹੁਣ ਲਾਕਡਾਊਨ ਹੋਇਆ, ਘਰੇ ਬੈਠੇ ਆ ਜਿੱਦਣ ਦਾ ਲਾਕਡਾਊਨ ਹੋਇਆ, ਔਰ ਮੇਰੀ ਮਿਸੇਜ ਨੂੰ ਕੰਮ ਤੇ ਜਾਣਾ ਪੈਂਦਾ ਉਹਨਾਂ ਦੇ ਪ੍ਰੋਫੈਸ਼ਨ ਦੇ ਅਕੋਰਡਿੰਗ, ਤੇ ਉਹ ਮੈਨੂੰ ਕੱਲ ਪਰਸੋਂ ਕਹਿੰਦੇ ਤੁਸੀਂ ਉੱਚਾ ਬੋਲਣ ਲੱਗ ਪਏ ਆ। ਮੈਂ ਕਿਹਾ ਕਿਉਂ? ਕਹਿੰਦੇ ਤੁਸੀਂ ਸਾਰਾ ਦਿਨ ਕੰਨ ਨੂੰ ਫੋਨ ਲਾਈ ਰੱਖਦੇ ਆ, ਉੱਚਾ ਬੋਲਣ ਲੱਗ ਪਏ। ਨੰਬਰ 1 ਨੰਬਰ 2 ਭੈਣ ਜੀ ਇੱਕ ਬਹੁਤ ਹੀ ਚਿੰਤਾਜਨਕ ਗੱਲ ਆ, ਜਿਹੜੀਆਂ ਸਾਡੀਆਂ ਬੱਚੀਆਂ ਸ਼ਰਾਬ ਪੀਣ ਲੱਗ ਗਈਆਂ। ਮੈਨੂੰ ਇੱਕ ਰਿਸ਼ਤੇਦਾਰ ਦਾ ਫੋਨ ਆਇਆ, ਉਹ ਕਹਿੰਦੇ ਯਾਰ ਸਾਡੇ ਮੁੰਡੇ ਨੂੰ ਰਿਸ਼ਤਾ ਕਰਾ। ਮੈਂ ਕਿਹਾ ਯਾਰ ਵੀ ਨਹੀਂ। ਕਹਿੰਦੇ ਕਿਉਂ? ਮੈਂ ਕਿਹਾ ਵੀ ਅੱਜ ਕੱਲ ਉਹੋ ਹੀ ਰਿਸ਼ਤਾ ਕਰਾਇਆ ਜਾ ਸਕਦਾ ਜਿਸ ਬੱਚੇ ਨੂੰ ਤੁਸੀਂ ਵਿਚਰਦੇ ਆ, ਅਦਰਵਾਈਜ਼ ਸਾਡੀਆਂ ਬੱਚੀਆਂ ਸ਼ਰਾਬ ਪੀਣ ਲੱਗ ਗਈਆਂ, ਵਿਚ ਬਹੁਤ ਹੀ ਦੁਖਦਾਈ ਤੇ ਦਰਦਨਾਕ ਗੱਲ ਆ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਮੈਂ ਦੋਨੋਂ ਚੀਜ਼ਾਂ ਨਾਲ ਤੁਹਾਡੇ ਸਹਿਮਤ ਹਾਂ ਜੀ। ਲਗਾਤਾਰ ਫੋਨ ਦਾ ਸੁਣਨ ਨਾਲ ਮੈਂ ਦੱਸ ਰਹੀ ਹਾਂ ਕਿ ਸਾਡਾ 20% ਤੋਂ ਵੀ ਉੱਪਰ ਕਿਤੇ ਜਾ ਕੇ ਸਾਡਾ ਸੁਣਨ ਤੋਂ ਰਹਿ ਜਾਂਦਾ ਹੈ। ਤਾਂ ਜਦੋਂ ਅਸੀਂ ਆਪ ਹੀ ਜਦੋਂ ਉੱਚੀ ਬੋਲਦੇ ਹਾਂ ਤਾਂ ਮਤਲਬ ਹੀ ਇਹ ਹੁੰਦਾ ਜੇ ਅਸੀਂ ਆਪਣੇ ਆਪ ਨੂੰ, ਸਾਨੂੰ ਜਦੋਂ ਆਵਾਜ਼ ਆਪਣੀ ਘੱਟ ਸੁਣਦੀ ਹੈ ਤਾਂ ਅਸੀਂ ਹੋਰ ਉੱਚੀ ਬੋਲਦੇ ਹਾਂ। ਇਸ ਲਈ ਜਿਨ੍ਹਾਂ ਨੂੰ ਵੀ ਜਿਹੜੇ ਬੋਲੇ ਵੀ ਹੋਣ, ਘੱਟ ਵੀ ਸੁਣਦੇ ਹੋਣ, ਸਾਰੇ ਉੱਚੀ ਬੋਲਦੇ ਨੇ ਕਿਉਂਕਿ ਉਹ ਆਪਣੇ ਆਪ ਨੂੰ ਪਹਿਲਾਂ ਸੁਣਨਾ ਚਾਹੁੰਦੇ ਨੇ ਮੇਰੀ ਆਵਾਜ਼ ਨਿਕਲ ਵੀ ਰਹੀ ਹੈ ਕਿ ਨਹੀਂ। ਮੇਰੀ ਤਾਂ ਵੈਸੇ ਹੀ ਰੇਡੀਓ ਤੇ ਬੋਲ, ਮੇਰੀ ਤਾਂ ਵੈਸੇ ਹੀ ਆਦਤ ਬਣ ਗਈ ਸੀ। ਨਹੀਂ, ਮੈਂ ਉਹਨਾਂ ਨੂੰ ਦੱਸਣਾ ਚਾਹ ਰਹੀ ਹਾਂ ਹਾਲੇ ਵੀ ਕੁਝ ਨਹੀਂ ਵਿਗੜਿਆ। ਜੇ ਕੰਨ ਦੇ ਨਾਲ ਉਹ ਹੁਣ ਵੀ ਮੋਬਾਈਲ ਛੱਡ ਦੇਣਗੇ, ਸਾਡੀ ਬਾਡੀ ਬੜੀ ਖੂਬਸੂਰਤ ਹੈ, ਰਿਕਵਰੀ ਬੜੀ ਫਾਸਟ ਹੁੰਦੀ ਜੇ ਤੁਸੀਂ ਲਾਊਡ ਤੇ ਰੱਖ ਕੇ ਪਰਾਂ ਰੱਖ ਕੇ ਫੋਨ ਸੁਣਨਾ ਸ਼ੁਰੂ ਕਰ ਦਿਓ ਤੇ ਤੁਸੀਂ ਦੇਖੋਗੇ ਮਹੀਨੇ 1.5 ਮਹੀਨੇ ਵਿੱਚ ਤੁਹਾਡੀ ਰਿਕਵਰੀ ਸ਼ੁਰੂ ਹੋ ਸਕਦੀ ਹੈ। ਤੇ ਦੂਸਰੀ ਚੀਜ਼ ਜਿਵੇਂ ਸ਼ਰਾਬ ਦੀ ਆਪਾਂ ਗੱਲ ਕਰ ਹੀ ਚੁੱਕੇ ਹਾਂ ਕਿ ਬੱਚੀਆਂ ਕਾਫੀ ਉਸ ਵੱਲ ਨੂੰ ਜਾ ਰਹੀਆਂ ਨੇ, ਪਰ ਮੈਨੂੰ ਲੱਗਦਾ ਕਿਤੇ ਨਾ ਕਿਤੇ ਅਸੀਂ, ਸਾਡਾ ਸਮਾਜ, ਅਸੀਂ ਸਾਰੇ ਇੱਕੋ ਜਿੰਨੇ ਜ਼ਿੰਮੇਵਾਰ ਆ ਉਸ ਪਾਸੇ ਉਹਨਾਂ ਨੂੰ ਤੋਰਨ ਲਈ। ਕਿਉਂਕਿ ਬੇਟੀਆਂ ਜਦੋਂ ਦੇਖਦੀਆਂ ਨੇ ਕਿ ਮੇਰਾ ਭਰਾ ਵੀ, ਮੇਰਾ ਪਿਓ ਵੀ ਪੀ ਰਿਹਾ ਤੇ ਜੇ ਮੇਰੀ ਮਾਂ ਵੀ ਕਿੱਟੀ ਪਾਰਟੀ 'ਚ ਜਾ ਕੇ ਸ਼ੁਰੂ ਹੋ ਗਈ ਹੈ ਜਾਂ ਘਰ ਵਿੱਚ ਦੋਸਤਾਂ ਦੇ ਮਿੱਤਰਾਂ ਦੇ ਨਾਲ ਜਾਂ ਆਪਣੀਆਂ ਸਹੇਲੀਆਂ ਨਾਲ ਬੈਠ ਕੇ ਜੇ ਉਹ ਵਾਈਨ ਪੀ ਸਕਦੀ ਹੈ ਤੇ ਮੈਨੂੰ ਫਿਰ ਮੈਂ ਕਿਉਂ ਨਹੀਂ ਲੈ ਸਕਦੀ। ਇਹ ਵੱਡੀ ਗਿਣਤੀ ਬੱਚੀਆਂ 'ਚ ਸਾਨੂੰ ਇਹੋ ਲੱਭਿਆ ਹੈ। ਸੋ ਇਸੇ ਕਰਕੇ ਕਈ ਥਾਂ ਤੇ ਇੱਕ ਭੈਣ ਜੀ, ਇੱਕ ਡਾਕਟਰ ਸਾਹਿਬ ਮੈਂ ਪਰਸਨਲ ਐਕਸਪੀਰੀਅੰਸ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ। ਮੈਂ ਕਿਸੇ ਦੋਸਤ ਮਿੱਤਰ ਕੋਲੇ ਗਿਆ, ਬੜਾ ਅੱਛਾ ਤੇ ਬਹੁਤ ਸਿਆਣਾ ਬੰਦਾ, ਉਹਦੀ ਬੇਟੀ ਕੋਲੇ ਬੈਠੀ ਅਸੀਂ ਡਰਿੰਕ ਲੈ ਰਹੇ ਸੀ। ਕਹਿੰਦਾ ਬੇਟਾ ਇਹਨੂੰ ਟੇਸਟ ਕਰ। ਮੇਰਾ ਭੈਣ ਜੀ ਮੇਰਾ ਮੂਡ ਕਾਫੀ ਦੂਜੂ ਚੇਂਜ ਹੋ ਗਿਆ। ਮੈਂ ਕਿਹਾ ਇਹ ਕੀ ਕਰਾ ਰਿਹਾ? ਚਲੋ ਹੋਈ ਗੱਲ ਤੇ ਮੈਂ ਉਹਨੂੰ ਆਖਿਆ ਯਾਰ ਇਹ ਕੀ ਕੀਤਾ? ਕਹਿੰਦਾ ਬਾਈ ਇਹਨੇ ਜਾਣਾ ਅਗਲੇ ਸਾਲ ਹੋਸਟਲ। ਠੀਕ ਹੈ,
ਇਹਨੂੰ ਪਤਾ ਹੋਣਾ ਚਾਹੀਦਾ ਹੈ ਵੀ ਮੈਂ ਡਰਿੰਕ ਦਾ ਟੇਸਟ ਕੋਕ 'ਚ ਪਾਇਆ ਕੀ ਹੈ, ਪਾਣੀ 'ਚ ਪਾਇਆ ਕੀ ਹੈ। ਕਹਿੰਦਾ ਮੈਨੂੰ ਪੀਣ ਨਹੀਂ ਲਾ ਰਿਹਾ, ਮੈਨੂੰ ਟੇਸਟ ਜਿਹੜਾ ਹੈਗਾ ਡਿਫਰੈਂਸ਼ੀਏਟ ਕਰਾ ਰਿਹਾ, ਕਿਉਂਕਿ ਪਹਿਲਾਂ ਇਹ ਕੋਕ ਪੀ ਰਹੀ ਸੀ, ਮੈਨੂੰ ਕੋਕ 'ਚ ਪਾ ਕੇ ਇੱਕ ਸਿਪ ਲਵਾਈ ਹੈ ਕਿ ਕੱਲ੍ਹ ਨੂੰ ਇਹ ਕਿਸੇ ਪਾਰਟੀ ਜਾਵੇ ਇਹਦਾ ਨਜਾਇਜ਼ ਫਾਇਦਾ ਨਾ ਉਠਾ ਸਕੇ ਕੋਈ। ਇਹਨੂੰ ਡਰਿੰਕ ਦੇ ਟੇਸਟ ਦਾ ਤੇ ਨਸ਼ੇ ਦੇ ਟੇਸਟ ਦਾ ਪਤਾ ਹੋਣਾ ਚਾਹੀਦਾ। ਇਹ ਕਿੱਥੋਂ ਕੁ ਤੱਕ ਜਾਇਜ਼ ਹੈ ਜੀ ਗੱਲ? ਭਾਜੀ ਆਪੋ ਆਪਣੀ ਸੋਚ ਹੁੰਦੀ ਜੇ, ਪਰ ਅਸੀਂ ਕਹਿੰਦੇ ਹੁੰਦੇ ਆ ਵੀ ਨਸ਼ੇ ਦੀ ਇੱਕੋ ਹੀ ਡੋਜ਼ ਬਥੇਰੀ ਹੁੰਦੀ ਜੇ ਬੱਚੀ ਨੂੰ ਸਵਾਦ ਦੇਣ ਲਈ। ਸੋ ਇੱਕ ਵਾਰ ਦਾ ਜਦੋਂ ਉਹਨੂੰ ਕੌੜਾ ਮਹਿਸੂਸ ਹੋਏਗਾ ਤਾਂ ਅਗਲੀ ਵਾਰ ਉਹ ਕਹੇਗੀ ਵੀ ਇਹ ਪਿਓ ਨੇ ਫਿਰ ਲਿਆ, ਕਿਉਂ ਨਾ ਮੈਂ ਇੱਕ ਵਾਰ ਫਿਰ ਟਰਾਈ ਕਰਾਂ। ਅਸੀਂ ਕਈ ਉਹ ਕੇਸ ਨੇ ਬਹੁਤੇ ਜਿਨ੍ਹਾਂ ਦੇ ਘਰ ਪੇਰੈਂਟਸ ਪਹਿਲਾਂ ਡਰਿੰਕ ਲੈਂਦੇ ਹੁਣ, ਉਹਨਾਂ ਦੀਆਂ ਬੱਚੀਆਂ ਹੀ ਜ਼ਿਆਦਾ ਇਸ ਪਾਸੇ ਨੂੰ ਤੁਰਦੀਆਂ ਨੇ। ਉਹਨਾਂ ਦੀ ਘੱਟ ਗਿਣਤੀ ਜਿਨ੍ਹਾਂ ਦੇ ਟੱਬਰ ਵਿੱਚ ਸ਼ਰਾਬ ਨਹੀਂ ਚੱਲਦੀ, ਉਹ ਬੱਚੀਆਂ ਦੇ ਵਿੱਚ ਸ਼ਰਾਬ ਵੱਲ ਝੁਕਾਅ ਕਾਫੀ ਘੱਟ ਹੁੰਦਾ ਜੇ। ਮੈਂ ਇਹ ਨਹੀਂ ਕਿਹਾ ਕਿ ਬਿਲਕੁਲ ਨਹੀਂ ਹੁੰਦਾ, ਘੱਟ ਕਾਫੀ ਹੁੰਦਾ ਜੇ। ਸੋ ਇਸੇ ਕਰਕੇ ਇਹ ਚੀਜ਼ ਕਿ ਤੁਸੀਂ ਟੇਸਟ ਵੇਖੋ ਦਾ ਮਤਲਬ ਹੈ ਅਸੀਂ ਉਹਨੂੰ ਉਸ ਪਾਸੇ ਨੂੰ ਰਾਹ ਤੋਰ ਰਹੇ ਹਾਂ, ਪਰ ਪਹਿਲਾਂ ਆਪ ਮਿਸਾਲ ਬਣਨਾ ਪੈਂਦਾ ਜੇ ਕਿ ਮੈਂ ਇਹ ਨਹੀਂ ਪੀ ਰਿਹਾ, ਮੈਂ ਇਹ ਛੱਡ ਰਿਹਾ, ਜਾਂ ਤੇਰੇ ਕਰਕੇ ਇਹ ਮੈਂ ਨਹੀਂ ਕਰਦਾ, ਤਾਂ ਬੱਚੀ ਤੁਹਾਡੇ ਸਾਹਮਣੇ ਆਪਣੇ ਆਪ ਹੀ ਉਸ ਪਾਸੇ ਵੱਲ ਝੁਕਾ ਨਹੀਂ ਰੱਖੇਗੀ। ਵਰਨਾ ਕੁੜੀਆਂ ਅੱਜ ਕੱਲ ਪੀਅਰ ਪ੍ਰੈਸ਼ਰ ਦੇ ਅੰਡਰ ਕਿ ਮੇਰੀ ਫਲਾਣੀ ਸਹੇਲੀ ਪੀਂਦੀ ਹੈ ਤੇ ਉਹ ਮੇਰਾ ਮਜ਼ਾਕ ਉਡਾਉਂਦੀ ਹੈ ਕਿ ਤੂੰ ਤਾਂ ਪਿਛਾਂ ਖਿੱਚੋ ਹੈ, ਤੂੰ ਪੀਂਦੀ ਨਹੀਂ। ਸੋ ਇਸ ਦਬਾਅ ਹੇਠ ਵੀ ਸਾਡੀਆਂ ਬੱਚੀਆਂ ਕਾਫੀ ਇਸ ਵੇਲੇ ਸ਼ਰਾਬ ਵੱਲ ਨੂੰ ਝੁਕਾ ਰੱਖਣ ਲੱਗ ਗਈਆਂ ਨੇ। ਬਲਕਿ ਇੱਥੇ ਤੱਕ ਕਿ ਸਾਡੇ ਹੋਸਟਲਸ ਦੇ ਵਿੱਚ ਕੰਪਲੇਂਟ ਆਂਦੀ ਜੇ ਕਿ ਇੱਕ ਫੋਨ ਕਾਲ ਤੇ ਉਹ ਨਸ਼ੇ ਦੀਆਂ ਗੋਲੀਆਂ ਵੀ ਉਹਨਾਂ ਤੱਕ ਪਹੁੰਚਣੀਆਂ ਸ਼ੁਰੂ ਹੋ ਚੁੱਕੀਆਂ ਨੇ। ਸੋ ਇਹ ਵੀ ਜੋ ਸਾਡੇ ਸਾਹਮਣੇ ਇਸ ਵੇਲੇ ਇੱਕ ਮਾੜਾ ਰੁਝਾਨ, ਜਿਸ ਕਰਕੇ ਸੈਪਰੇਟ ਸਾਡੇ ਨਸ਼ਾ ਛਡਾਊ ਕੇਂਦਰ ਤੱਕ ਬਣ ਗਏ ਬੇਟੀਆਂ ਲਈ। ਉਹ ਕਾਰਨ ਇਹੋ ਕਿ ਅਸੀਂ ਆਪ ਇੱਕ ਵਧੀਆ ਐਗਜ਼ਾਮਪਲ ਨਹੀਂ ਉਹਨਾਂ ਦੇ ਸਾਹਮਣੇ ਸੈੱਟ ਕਰ ਸਕੇ, ਤੇ ਉਹ ਸਮਾਜ ਵੀ ਉਹੋ ਜਿਹਾ ਤੇ ਅਸੀਂ ਵੀ ਉਹੋ ਜਿਹੇ ਆਪ ਬਣ ਗਏ, ਜਿਸ ਕਾਰਨ ਉਹਨਾਂ ਦਾ ਝੁਕਾਅ ਹੋਣਾ ਲਾਜ਼ਮੀ ਹੋਈ ਸੀ ਉਸ ਪਾਸੇ ਵੱਲ। ਜੀ, ਸੋ ਕੁੱਲ ਮਿਲਾ ਕੇ ਭੈਣ ਜੀ, ਇਹ ਯਾਦਾਸ਼ਤ ਦੀ ਜਿਹੜੀ ਇੱਕ ਹੁੰਦੀ ਹੈ, ਜਿਹਦੀਆਂ ਦੋ ਆਪਾਂ ਇਹਨੂੰ ਜਾਣ ਤੋਂ ਪਹਿਲਾਂ ਇਹਦੀਆਂ ਵੱਖ-ਵੱਖ ਦੋ ਲੈ ਕੇ, ਇੱਕ ਹੁੰਦੀ ਹੈ ਸ਼ਾਰਟ ਮੈਮਰੀ ਲਾਸ, ਇੱਕ ਹੁੰਦਾ ਪਰਮਾਨੈਂਟ ਮੈਮਰੀ ਲਾਸ, ਇੱਕ ਹੁੰਦਾ ਮੈਮਰੀ ਲਾਸ ਨਹੀਂ ਕਹਿ ਸਕਦੇ ਉਹਨੂੰ ਕਿ ਤੁਸੀਂ ਤੁਰੇ ਜਾਂਦੇ ਭੁੱਲ ਗਏ, ਥੋੜ੍ਹੀ ਜਿਹੀ ਅੱਗੇ ਜਾ ਕੇ ਗੱਲ ਯਾਦ ਆ ਗਈ। ਇਹ ਕਹਿੰਦਾ ਓਵਰ ਆਕੂਪਾਈਡ ਮੈਮਰੀ ਲਾਸ। ਦਰਅਸਲ ਜੀ ਉਹ ਉਸੇ ਦੇ ਉੱਤੇ ਡਿਪੈਂਡੈਂਟ ਹੈ ਕਿ ਤੁਸੀਂ ਪਹਿਲੀ ਚੀਜ਼ ਨੂੰ ਆਪਣੇ ਮਨ ਵਿੱਚ ਛਪਣ ਦਾ ਸਮਾਂ ਦਿੱਤਾ ਜਾਂ ਨਹੀਂ। ਕਿਉਂਕਿ ਦੱਸਿਆ ਕਿ 3 ਰਾਹ, ਜੇ ਨਜ਼ਰਾਂ ਤੁਹਾਡੀਆਂ ਕੰਪਿਊਟਰ ਤੇ ਜਾਂ ਟੀਵੀ ਤੇ ਟਿਕੀਆਂ ਨੇ, ਬੋਲ ਤੁਸੀਂ ਗਾਣਾ ਗੁਣਗੁਣਾ ਰਹੇ ਹੋ ਤੇ ਵਿੱਚ ਪਰਚੀ ਜੇ ਫੜੀ ਵੀ ਤਾਂ ਉਹਦੀ ਤੁਹਾਡੇ ਕਿਸੇ ਵੀ ਹਾਲ ਵਿੱਚ ਪੱਕੀ ਯਾਦ ਉਦੋਂ ਛਪਣੀ ਹੀ ਨਹੀਂ ਜੀ। ਤਾਂ ਜ਼ਾਹਰ ਹੈ ਕਿ ਤੁਹਾਨੂੰ ਉਹ 3 ਪਾਸਿਆਂ ਦੀਆਂ ਤਰੰਗਾਂ ਚਾਹੀਦੀਆਂ ਹੀ ਚਾਹੀਦੀਆਂ ਨੇ। ਪਰਚੀ ਫੜੋ ਹੱਥ ਦੇ ਵਿੱਚ, ਉੱਚੀ ਪੜੋ, ਦੇਖ ਵੀ ਰਹੇ ਹੋ ਤੇ ਪੜ੍ਹ ਵੀ ਰਹੇ ਹੋ ਤਾਂ ਜ਼ਰੂਰ ਇਹ ਚੀਜ਼ ਤੁਹਾਡੇ ਛਪੀ ਰਹਿ ਜਾਏਗੀ। ਸੋ ਕੋਸ਼ਿਸ਼ ਇਹੋ ਕਰੋ ਕਿ ਅਸੀਂ ਇੱਕ ਵੇਲੇ ਇੱਕ ਕੰਮ ਕਰੀਏ ਤਾਂ ਸਾਡੀ ਯਾਦਦਾਸ਼ਤ ਵੀ ਲੰਮੇ ਸਮੇਂ ਤੱਕ ਟਿਕੀ ਰਹਿ ਸਕਦੀ ਹੈ ਤੇ ਉਹਨਾਂ ਸਾਰੇ ਕੇਸਿਸ ਵਿੱਚ ਦਿਮਾਗ ਰਵਾਂ ਵੀ ਰਹਿੰਦਾ, ਹਰ ਸੈਂਟਰ ਵਿੱਚ ਲਹੂ ਵੱਖਰਾ ਜਾਂਦਾ ਵੀ ਰਹਿੰਦਾ ਤੇ ਇਹਨਾਂ ਵਿੱਚ ਦਿਮਾਗੀ ਸਿਹਤ ਵੀ ਜ਼ਿਆਦਾ ਦੇਰ ਤੰਦਰੁਸਤ ਰਹਿੰਦੀ। ਜੇ ਸੋ ਸਾਡੇ ਹੀ ਹੱਥ ਹੈ ਕਿ ਅਸੀਂ ਇੱਕੋ ਵੇਲੇ ਜ਼ਿੰਦਗੀ ਛੇਤੀ ਖਤਮ ਕਰਨੀ ਹੈ 10 ਕੰਮ ਇਕੱਠੇ ਮੁਕਾ ਕੇ, ਜਾਂ ਤਾਂ ਮਾਨੂੰ ਸਹਿਜ ਢੰਗ ਨਾਲ ਕਰਕੇ 10 ਸਾਲ ਵੱਧ ਜੀ ਲੈਣਾ ਸਾਡੇ ਹੀ ਹੱਥ। ਬਹੁਤ ਬਹੁਤ ਧੰਨਵਾਦ ਭੈਣ ਜੀ ਤੁਹਾਡਾ ਸਮਾਂ ਦੇਣ ਦੇ ਲਈ, ਸ਼ੁਕਰੀਆ, ਮਿਹਰਬਾਨੀ। ਸੋ ਤੁਸੀਂ ਅਗਲੇ ਸੋਮਵਾਰ ਕਿਸ ਵਿਸ਼ੇ ਦੇ ਉੱਤੇ ਆਪਣੀਆਂ ਗੱਲਬਾਤ ਜਿਹੜੀ ਹੈ ਡਾਕਟਰ ਹਰਸ਼ਿੰਦਰ ਕੌਰ ਹੋਰਾਂ ਦੇ ਸਲਾਹ ਮਸ਼ਵਰਾ ਕਰਨਾ ਚਾਹੁੰਦੇ ਹੋ, ਟੌਪਿਕ ਤੁਹਾਨੂੰ ਕੀ ਚਾਹੀਦਾ, ਇਹਦੇ ਲਈ ਤੁਸੀਂ ਮੈਨੂੰ ਫਰਾਈਡੇ ਤੱਕ ਪਲੀਜ਼ ਮੈਸੇਜ ਕਰ ਦਿਓ। ਟੌਪਿਕ ਲਿਖ ਕੇ ਤੁਸੀਂ ਅੱਗੇ ਪਹਿਲਾਂ ਟੌਪਿਕ ਲਿਖਣਾ ਹੈ, ਕਿਉਂਕਿ ਸਾਡਾ ਧਿਆਨ ਟੌਪਿਕ 'ਤੇ ਜਾਏਗਾ ਪਹਿਲਾਂ, ਫਿਰ ਆਪਣੀ ਗੱਲ ਅੱਗੇ ਲਿਖਣੀ ਹੈ, ਸਵਾਲ ਅੱਗੇ ਲਿਖਣਾ ਹੈ। ਉਹ ਸਵਾਲ ਵੀ ਤੁਹਾਡੇ ਲਏ ਜਾ ਸਕਣਗੇ, ਤੁਹਾਡਾ ਨਾਂ ਅਤੇ ਫ਼ੋਨ ਨੰਬਰ ਗੁਪਤ ਰਹੇਗਾ। ਇਹ ਇੱਕ ਚੀਜ਼ ਹੈ ਕਿ ਅਸੀਂ ਹਰ ਕਿਸੇ ਵਿਅਕਤੀ ਦੀ ਨਿੱਜਤਾ ਦਾ ਖਿਆਲ ਰੱਖਦੇ ਹਾਂ। ਫ਼ੋਨ ਨੰਬਰ ਨੋਟ ਕਰੋ, ਇਹੀ 9216410666 92164 10666।